ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਟ੍ਰੇਨਿੰਗ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ HLO ਮੋਬਾਈਲ ਐਪ ਦਾ ਕੰਪਲੀਟ ਓਵਰਵਿਊ ਸਮਝਾਂਗੇ, ਜਿਸ ਵਿੱਚ ਅਸੀਂ ਜਾਣਾਂਗੇ ਕਿ ਇਹ ਐਪ ਕਿਵੇਂ ਇੰਸਟਾਲ ਕਰਨੀ ਹੈ, ਲੌਗਇਨ ਕਿਵੇਂ ਕਰਨਾ ਹੈ, ਡੇਟਾ ਐਂਟਰੀ ਕਿਵੇਂ ਕਰਨੀ ਹੈ ਅਤੇ ਫੀਲਡ ਵਿੱਚ ਕੰਮ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਇਹ ਟ੍ਰੇਨਿੰਗ ਖਾਸ ਤੌਰ 'ਤੇ ਸੁਪਰਵਾਈਜ਼ਰਸ ਅਤੇ ਇਨਿਊਮਰੇਟਰਸ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਸੈਂਸਸ 2027 ਦੌਰਾਨ ਡੇਟਾ ਕਲੈਕਸ਼ਨ ਦਾ ਕੰਮ ਸਮੂਥਲੀ ਅਤੇ ਐਕੂਰੇਟਲੀ ਕੀਤਾ ਜਾ ਸਕੇ। ਅਸੀਂ ਸਟੈਪ ਬਾਈ ਸਟੈਪ ਸਾਰੀ ਪ੍ਰਕਿਰਿਆ ਨੂੰ ਡਿਟੇਲ ਵਿੱਚ ਸਮਝਾਂਗੇ। ਸੈਸ਼ਨ ਆਬਜੈਕਟਿਵਸ। ਇਸ ਸੈਸ਼ਨ ਦੌਰਾਨ ਅਸੀਂ 4 ਮੁੱਖ ਚੀਜ਼ਾਂ ਕਵਰ ਕਰਾਂਗੇ। ਪਹਿਲਾ, ਇੰਸਟਾਲੇਸ਼ਨ ਅਤੇ ਪ੍ਰੀ ਰਿਕੁਇਜ਼ਿਟਸ, ਮਤਲਬ ਐਪ ਚਲਾਉਣ ਲਈ ਤੁਹਾਡੇ ਕੋਲ ਕਿਹੜੀ ਡਿਵਾਈਸ ਹੋਣੀ ਚਾਹੀਦੀ ਹੈ। ਦੂਜਾ, HLO ਐਪ ਫੀਚਰਸ, ਜਿਸ ਵਿੱਚ ਅਸੀਂ ਐਪ ਦੇ ਮੈਨਿਊਜ਼, ਆਪਸ਼ਨਸ ਅਤੇ ਫੰਕਸ਼ਨਸ ਨੂੰ ਸਮਝਾਂਗੇ। ਤੀਜਾ, ਲੌਗਇਨ ਅਤੇ ਡੇਟਾ ਕਲੈਕਸ਼ਨ ਪ੍ਰੋਸੈਸ, ਜੋ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਤੇ ਚੌਥਾ, ਯੂਸਫੁਲ ਟਿਪਸ ਅਤੇ ਇੰਪੋਰਟੈਂਟ ਇੰਸਟਰਕਸ਼ਨਸ, ਜੋ ਫੀਲਡ ਵਰਕ ਦੌਰਾਨ ਤੁਹਾਡੀ ਮਦਦ ਕਰਨਗੀਆਂ। ਇਸ ਟ੍ਰੇਨਿੰਗ ਦੇ ਅੰਤ ਤੱਕ ਤੁਸੀਂ ਐਪ ਨੂੰ ਕੌਨਫੀਡੈਂਟਲੀ ਆਪਰੇਟ ਕਰ ਸਕੋਗੇ। ਇੰਸਟਾਲੇਸ਼ਨ ਰਿਕੁਆਇਰਮੈਂਟਸ। ਹੁਣ ਗੱਲ ਕਰਦੇ ਹਾਂ ਐਪ ਇੰਸਟਾਲ ਕਰਨ ਤੋਂ ਪਹਿਲਾਂ ਦੀਆਂ ਲੋੜਾਂ ਬਾਰੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਸਮਾਰਟਫੋਨ ਹੋਣਾ ਲਾਜ਼ਮੀ ਹੈ। ਜੇ ਤੁਸੀਂ ਆਈਫੋਨ ਵਰਤ ਰਹੇ ਹੋ ਤਾਂ ਤੁਹਾਡੇ ਫੋਨ ਵਿੱਚ ਮਿਨੀਮਮ iOS ਵਰਜ਼ਨ 15.0 ਹੋਣਾ ਚਾਹੀਦਾ ਹੈ। ਜੇ ਤੁਸੀਂ ਐਂਡਰੋਇਡ ਫੋਨ ਵਰਤ ਰਹੇ ਹੋ ਤਾਂ ਮਿਨੀਮਮ ਐਂਡਰੋਇਡ ਵਰਜ਼ਨ 11.0 ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੋਨ ਵਿੱਚ ਘੱਟੋ ਘੱਟ 4 GB ਰੈਮ ਅਤੇ 8 GB ਸਟੋਰੇਜ ਹੋਣੀ ਚਾਹੀਦੀ ਹੈ। ਇੱਕ ਹੋਰ ਮਹੱਤਵਪੂਰਨ ਗੱਲ, HLB ਮੈਪਸ ਦੇਖਣ ਲਈ ਤੁਹਾਡੇ ਮੋਬਾਈਲ ਵਿੱਚ PDF ਵਿਊਅਰ ਇੰਸਟਾਲਡ ਹੋਣਾ ਚਾਹੀਦਾ ਹੈ। ਜੇ ਇਹ ਰਿਕੁਆਇਰਮੈਂਟਸ ਪੂਰੀਆਂ ਨਹੀਂ ਹਨ ਤਾਂ ਐਪ ਪ੍ਰੋਪਰਲੀ ਕੰਮ ਨਹੀਂ ਕਰੇਗੀ। ਐਪ ਅਵੇਲੇਬਿਲਿਟੀ। ਹੁਣ ਸਵਾਲ ਆਉਂਦਾ ਹੈ ਕਿ ਐਪ ਕਿੱਥੋਂ ਡਾਊਨਲੋਡ ਕਰਨੀ ਹੈ। HLO ਮੋਬਾਈਲ ਐਪ ਐਂਡਰੋਇਡ ਅਤੇ iOS ਦੋਵਾਂ ਲਈ ਅਵੇਲੇਬਲ ਹੈ। ਐਂਡਰੋਇਡ ਯੂਜ਼ਰਸ ਇਸ ਨੂੰ ਸਿੱਧਾ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਆਈਫੋਨ ਯੂਜ਼ਰਸ ਨੂੰ ਦਿੱਤੇ ਗਏ ਆਫੀਸ਼ੀਅਲ ਲਿੰਕ ਰਾਹੀਂ ਐਪ ਡਾਊਨਲੋਡ ਕਰਨੀ ਪਵੇਗੀ। ਇਹ ਲਿੰਕ CMMS ਪੋਰਟਲ ਹੋਮ ਪੇਜ ਉੱਤੇ ਵੀ ਅਵੇਲੇਬਲ ਹੋਵੇਗਾ। ਇੱਕ ਬਹੁਤ ਜ਼ਰੂਰੀ ਗੱਲ ਯਾਦ ਰੱਖੋ, ਐਪ ਸਿਰਫ ORGI ਆਫਿਸ ਆਫ ਰਜਿਸਟਰਾਰ ਜਨਰਲ ਇੰਡੀਆ ਦੇ ਅਫੀਸ਼ੀਅਲ ਅਕਾਊਂਟ ਤੋਂ ਹੀ ਡਾਊਨਲੋਡ ਕਰੋ। ਕਿਸੇ ਥਰਡ ਪਾਰਟੀ ਸੋਰਸ ਤੋਂ ਐਪ ਡਾਊਨਲੋਡ ਨਾ ਕਰੋ ਅਤੇ ਜੋ ਵੀ OTP ਜਾਂ SMS ਤੁਹਾਨੂੰ ਮਿਲੇਗਾ ਉਹ RGICEN ਕੀਵਰਡ ਦੇ ਨਾਲ ਹੀ ਆਵੇਗਾ। ਰਜਿਸਟ੍ਰੇਸ਼ਨ ਐਂਡ ਲੌਗਇਨ। ਐਪ ਇੰਸਟਾਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਸਕਰੀਨ ਨਜ਼ਰ ਆਏਗੀ। ਇਹ ਸਟੈਪ ਡਿਵਾਈਸ ਰਜਿਸਟ੍ਰੇਸ਼ਨ ਲਈ ਹੁੰਦਾ ਹੈ। ਇੱਥੇ MFA ਮਲਟੀ ਫੈਕਟਰ ਆਥੈਂਟੀਕੇਸ਼ਨ ਵਰਤੀ ਜਾਂਦੀ ਹੈ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਉੱਤੇ ਇੱਕ OTP ਭੇਜਿਆ ਜਾਵੇਗਾ। ਇਹ OTP ਵੈਰੀਫਾਈ ਕਰਨ ਤੋਂ ਬਾਅਦ ਤੁਹਾਡੀ ਡਿਵਾਈਸ ਸਿਸਟਮ ਨਾਲ ਬਾਈਂਡ ਹੋ ਜਾਵੇਗੀ। ਇੱਕ ਮਹੱਤਵਪੂਰਨ ਗੱਲ, ਰਜਿਸਟ੍ਰੇਸ਼ਨ ਦੇ ਸਮੇਂ ਇੰਟਰਨੈਟ ਕਨੈਕਸ਼ਨ ਲਾਜ਼ਮੀ ਹੈ, ਪਰ ਰਜਿਸਟ੍ਰੇਸ਼ਨ ਕੰਪਲੀਟ ਹੋਣ ਤੋਂ ਬਾਅਦ ਐਪ ਆਫਲਾਈਨ ਮੋਡ ਵਿੱਚ ਵੀ ਕੰਮ ਕਰ ਸਕਦੀ ਹੈ। ਇੰਟਰਨੈਟ ਸਿਰਫ ਡੇਟਾ ਸਿੰਕ ਕਰਨ ਸਮੇਂ ਲੋੜੀਂਦਾ ਹੋਵੇਗਾ। ਲੈਂਗੁਏਜ ਸਿਲੈਕਸ਼ਨ ਹੁਣ ਆਉਂਦੀ ਹੈ। ਲੈਂਗੁਏਜ ਸਿਲੈਕਸ਼ਨ ਦੀ ਪ੍ਰੋਸੈਸ। ਲੌਗਇਨ ਸਕਰੀਨ ਤੋਂ ਤੁਸੀਂ ਆਪਣੀ ਪ੍ਰੀਫਰਡ ਲੈਂਗੁਏਜ ਚੁਣ ਸਕਦੇ ਹੋ। ਇਹ ਸਟੈਪ ਬਹੁਤ ਧਿਆਨ ਨਾਲ ਕਰੋ, ਕਿਉਂਕਿ ਇੱਕ ਵਾਰ ਲੈਂਗੁਏਜ ਕਨਫਰਮ ਹੋ ਗਈ ਤਾਂ ਬਾਅਦ ਵਿੱਚ ਇਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਸਿਸਟਮ ਤੁਹਾਡੇ ਕੋਲ ਕਨਫਰਮੇਸ਼ਨ ਮੈਸੇਜ ਵੀ ਮੰਗੇਗਾ। ਜੇ ਲੈਂਗੁਏਜ ਸਹੀ ਹੈ ਤਾਂ ਕਨਫਰਮ ਬਟਨ ਦਬਾਓ। ਇੱਕ ਵਾਰ ਕਨਫਰਮੇਸ਼ਨ ਹੋਣ ਤੋਂ ਬਾਅਦ ਈਵਨ ਐਪ ਦੁਬਾਰਾ ਇੰਸਟਾਲ ਕਰਨ 'ਤੇ ਵੀ ਲੈਂਗੁਏਜ ਚੇਂਜ ਨਹੀਂ ਹੋਵੇਗੀ। ਇਸ ਲਈ ਇਸ ਸਟੈਪ ਵਿੱਚ ਕੋਈ ਗਲਤੀ ਨਾ ਕਰੋ। ਕੰਪਲੀਟਿੰਗ ਰਜਿਸਟ੍ਰੇਸ਼ਨ। ਲੈਂਗੁਏਜ ਕਨਫਰਮ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਪ੍ਰੋਸੈਸ ਅੱਗੇ ਵਧੇਗੀ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਉੱਤੇ OTP ਆਵੇਗਾ। ਤੁਹਾਨੂੰ ਉਹ OTP ਐਂਟਰ ਕਰਨਾ ਹੈ। ਫਿਰ ਵੈਰੀਫਾਈ OTP ਬਟਨ ਦਬਾਉਣਾ ਹੈ। ਜੇ OTP ਸਹੀ ਹੈ ਤਾਂ ਸਿਸਟਮ ਤੁਹਾਡੇ ਕੋਲ ਪਾਸਵਰਡ ਸੈੱਟ ਕਰਨ ਲਈ ਕਹੇਗਾ। ਪਾਸਵਰਡ ਐਂਟਰ ਕਰਨ ਤੋਂ ਬਾਅਦ ਸਬਮਿਟ ਬਟਨ ਦਬਾਓ। ਇਸ ਨਾਲ ਤੁਹਾਡੀ ਡਿਵਾਈਸ ਸਕਸੈਸਫੁਲੀ ਰਜਿਸਟਰ ਹੋ ਜਾਵੇਗੀ। ਅਤੇ ਸਭ ਤੋਂ ਵਧੀਆ ਗੱਲ, ਇੱਕ ਵਾਰ ਡਿਵਾਈਸ ਰਜਿਸਟਰ ਹੋਣ ਤੋਂ ਬਾਅਦ ਫਿਊਚਰ ਲੌਗਇਨ ਦੌਰਾਨ ਵਾਰ-ਵਾਰ OTP ਨਹੀਂ ਮੰਗਿਆ ਜਾਵੇਗਾ। ਇਸ ਨਾਲ ਲੌਗਇਨ ਪ੍ਰੋਸੈਸ ਫਾਸਟਰ ਅਤੇ ਈਜ਼ੀਅਰ ਬਣ ਜਾਂਦੀ ਹੈ। PN ਸੈੱਟ ਕਰਨਾ। ਹੁਣ ਰਜਿਸਟ੍ਰੇਸ਼ਨ ਕੰਪਲੀਟ ਹੋਣ ਤੋਂ ਬਾਅਦ ਅਗਲਾ ਸਟੈਪ ਹੈ PIN ਸੈਟਅਪ। ਜਦੋਂ ਤੁਸੀਂ ਪਹਿਲੀ ਵਾਰ ਐਪ ਵਿੱਚ ਲੌਗਇਨ ਕਰਦੇ ਹੋ, ਸਿਸਟਮ ਤੁਹਾਨੂੰ ਇੱਕ PIN ਕ੍ਰੀਏਟ ਕਰਨ ਲਈ ਕਹੇਗਾ। ਤੁਹਾਨੂੰ ਇਹ PIN 2 ਵਾਰ ਐਂਟਰ ਕਰਨਾ ਹੋਵੇਗਾ ਤਾਂ ਜੋ ਸਿਸਟਮ ਕਨਫਰਮ ਕਰ ਸਕੇ ਕਿ PIN ਸਹੀ ਹੈ। ਇਹ PIN ਫਿਊਚਰ ਲੌਗਇਨ ਲਈ ਵਰਤੀ ਜਾਵੇਗੀ। ਮਤਲਬ ਹਰ ਵਾਰ ਪਾਸਵਰਡ ਐਂਟਰ ਕਰਨ ਦੀ ਲੋੜ ਨਹੀਂ ਪਵੇਗੀ। ਜਦ ਤੱਕ ਤੁਸੀਂ ਮੈਨੂਅਲੀ ਲੌਗ ਆਊਟ ਨਹੀਂ ਕਰਦੇ, ਉਦੋਂ ਤੱਕ ਤੁਸੀਂ ਇਸ PIN ਨਾਲ ਹੀ ਐਪ ਐਕਸੈਸ ਕਰ ਸਕਦੇ ਹੋ। ਇਸ ਲਈ PIN ਅਜਿਹਾ ਰੱਖੋ ਜੋ ਤੁਹਾਨੂੰ ਯਾਦ ਰਹੇ ਪਰ ਦੂਜਿਆਂ ਲਈ ਗੈਸ ਕਰਨਾ ਔਖਾ ਹੋਵੇ। ਲੋਕੇਸ਼ਨ ਪਾਰਟੀਕੂਲਰਸ। ਹੁਣ ਲੌਗਇਨ ਕੰਪਲੀਟ ਹੋਣ ਤੋਂ ਬਾਅਦ ਤੁਹਾਡੇ ਸਾਹਮਣੇ ਲੋਕੇਸ਼ਨ ਡਿਟੇਲ ਸਕਰੀਨ ਖੁੱਲ੍ਹੇਗੀ।
ਇੱਥੇ ਤੁਹਾਨੂੰ ਆਪਣੀ ਅਸਾਈਨਡ ਲੋਕੇਸ਼ਨ ਦੀ ਜਾਣਕਾਰੀ ਵੇਖਣ ਨੂੰ ਮਿਲੇਗੀ। ਇਹ ਡਿਟੇਲਸ ਤੁਹਾਡੇ ਅਪਾਇੰਟਮੈਂਟ ਲੈਟਰ ਨਾਲ ਮੈਚ ਹੋਣੀਆਂ ਚਾਹੀਦੀਆਂ ਹਨ। ਜੇ ਕੋਈ ਮਿਸਮੈਚ ਹੈ ਤਾਂ ਤੁਰੰਤ ਰਿਪੋਰਟ ਕਰੋ। ਇੱਥੇ ਤੁਹਾਨੂੰ ਲੇਆਊਟ ਮੈਪ ਦੇ ਆਧਾਰ 'ਤੇ ਬਿਲਡਿੰਗ ਦੀ ਗਿਣਤੀ, ਸੈਂਸਸ ਹਾਊਸਿਸ ਦੀ ਸੰਭਾਵਿਤ ਗਿਣਤੀ ਐਂਟਰ ਕਰਨੀ ਪਵੇਗੀ। ਇਹ ਇਨਫੋਰਮੇਸ਼ਨ ਇਸ ਲਈ ਜਾਂਦੀ ਹੈ ਤਾਂ ਜੋ ਇਹ ਵੈਰੀਫਾਈ ਕੀਤਾ ਜਾ ਸਕੇ ਕਿ HLB ਕੰਪਲੀਟ ਹੋਇਆ ਹੈ ਜਾਂ ਨਹੀਂ। ਚੰਗੀ ਗੱਲ ਇਹ ਹੈ ਕਿ ਇਹ ਇਨਫੋਰਮੇਸ਼ਨ ਬਾਅਦ ਵਿੱਚ ਐਡਿਟ ਵੀ ਕੀਤੀ ਜਾ ਸਕਦੀ ਹੈ। ਜੇ HLB ਅਸਾਈਨਮੈਂਟ ਵਿੱਚ ਕੋਈ ਚੇਂਜ ਹੋਵੇ ਤਾਂ ਰਿਫਰੈਸ਼ ਬਟਨ ਦੀ ਵਰਤੋਂ ਕਰੋ, ਪਰ ਇਸ ਲਈ ਇੰਟਰਨੈਟ ਕਨੈਕਸ਼ਨ ਲਾਜ਼ਮੀ ਹੋਵੇਗੀ। ਲੋਕੇਸ਼ਨ ਇਨਫੋਰਮੇਸ਼ਨ ਕੰਟੀਨਿਊਡ। ਜੇ ਇਨੂਮਰੇਟਰ ਨੂੰ ਮਲਟੀਪਲ HLBs ਅਸਾਈਨ ਕੀਤੇ ਗਏ ਹਨ ਤਾਂ ਐਪ ਇਹਨਾਂ ਨੂੰ ਕਲੀਅਰਲੀ ਡਿਸਪਲੇ ਕਰੇਗੀ। ਸਕਰੀਨ ਦੇ ਉੱਪਰ ਤੁਸੀਂ ਫਾਰਮੈਟ ਵੇਖੋਗੇ, ਸਿਲੈਕਟਡ HLB ਟੋਟਲ HLB। ਜਿਵੇਂ ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿਸ HLB ਕੰਮ ਕਰ ਰਹੇ ਹੋ। ਡ੍ਰੌਪ ਡਾਊਨ ਮੈਨੂ ਰਾਹੀਂ ਤੁਸੀਂ HLB ਸਿਲੈਕਟ ਕਰ ਸਕਦੇ ਹੋ। ਸਿਲੈਕਟਡ HLB ਡਿਟੇਲਸ ਹੇਠਾਂ ਨਜ਼ਰ ਆਉਣਗੇ। ਇੱਥੇ ਇਨੂਮਰੇਟਰ ਨੂੰ ਸੈਂਸਸ ਹਾਊਸਿਸ ਦੀ ਗਿਣਤੀ, ਬਿਲਡਿੰਗਸ ਦੀ ਗਿਣਤੀ ਐਂਟਰ ਕਰਨੀ ਹੋਵੇਗੀ। ਇਸ ਤੋਂ ਬਾਅਦ ਹਾਊਸ ਲਿਸਟਿੰਗ ਆਪਰੇਸ਼ਨਸ ਬਟਨ ਦਬਾ ਕੇ ਐਕਚੁਅਲ ਕੁਐਸਚਨਰ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ। ਨੈਵੀਗੇਸ਼ਨ ਡਰਾਅਰ ਹੈਮਬਰਗਰ ਮੈਨੂ। ਹੁਣ ਗੱਲ ਕਰਦੇ ਹਾਂ ਹੈਮਬਰਗਰ ਮੈਨੂ ਦੀ। ਸਕਰੀਨ ਦੇ ਉੱਪਰ ਖੱਬੇ ਕੋਨੇ ਵਿੱਚ 3 ਲਾਈਨਸ ਵਾਲਾ ਮੈਨੂ ਆਪਸ਼ਨ ਹੋਵੇਗਾ। ਇਸ ਮੈਨੂ ਰਾਹੀਂ ਕਈ ਯੂਸਫੁਲ ਸਰਵਿਸਿਜ਼ ਮਿਲਦੀਆਂ ਹਨ। ਡਾਊਨਲੋਡਡ SE IDs। ਇੱਥੇ ਡਾਊਨਲੋਡਡ ਸੈਲਫ ਇਨੂਮਰੇਸ਼ਨ IDs ਦੀ ਗਿਣਤੀ ਦਿਖਾਈ ਜਾਵੇਗੀ। ਅਬਾਊਟ ਐਪ ਬਾਰੇ ਬੇਸਿਕ ਇਨਫੋਰਮੇਸ਼ਨ, ਚੇਂਜ ਪਾਸਵਰਡ ਚੇਂਜ ਕਰਨ ਲਈ, HLB ਮੈਪਸ ਡਾਊਨਲੋਡ ਕਰਨ ਲਈ। ਇਸ ਲਈ PDF ਵਿਊਅਰ ਹੋਣਾ ਲਾਜ਼ਮੀ ਹੈ। ਹੈਲਪ, ਜੇ ਕਿਸੇ ਸਮੱਸਿਆ ਦਾ ਸਾਹਮਣਾ ਹੋਵੇ। ਲੌਗ ਆਊਟ, ਐਪ ਤੋਂ ਸੇਫਲੀ ਬਾਹਰ ਆਉਣ ਲਈ। ਲੌਗ ਆਊਟ ਤੋਂ ਬਾਅਦ ਮੁੜ ਪਾਸਵਰਡ ਨਾਲ ਲੌਗਇਨ ਕਰਨਾ ਪਵੇਗਾ। ਫੋਰਗੋਟ ਪਾਸਵਰਡ, ਜੇ ਤੁਸੀਂ ਆਪਣਾ ਪਾਸਵਰਡ ਭੁੱਲ ਜਾਂਦੇ ਹੋ ਤਾਂ ਟੈਨਸ਼ਨ ਦੀ ਲੋੜ ਨਹੀਂ। ਰਜਿਸਟ੍ਰੇਸ਼ਨ ਪੇਜ ਤੇ ਫੋਰਗੋਟ ਪਾਸਵਰਡ ਆਪਸ਼ਨ ਅਵੇਲੇਬਲ ਹੈ, ਇਸ ਤੇ ਕਲਿੱਕ ਕਰੋ। ਫਿਰ ਆਪਣੀ ਯੂਜ਼ਰ ID ਐਂਟਰ ਕਰੋ। ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਉੱਤੇ OTP ਆਵੇਗਾ। OTP ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਨਵਾਂ ਪਾਸਵਰਡ ਸੈੱਟ ਕਰ ਸਕਦੇ ਹੋ। ਜੇ ਸਾਰੀ ਇਨਫੋਰਮੇਸ਼ਨ ਸਹੀ ਹੈ ਤਾਂ ਪਾਸਵਰਡ ਸਕਸੈਸਫੁਲੀ ਅਪਡੇਟ ਹੋ ਜਾਵੇਗਾ। ਚੇਂਜ ਪਾਸਵਰਡ, ਜੇ ਤੁਸੀਂ ਪਾਸਵਰਡ ਬਦਲਣਾ ਚਾਹੁੰਦੇ ਹੋ ਤਾਂ ਇਹ ਵੀ ਆਸਾਨ ਹੈ। ਹੈਮਬਰਗਰ ਮੈਨੂ ਵਿੱਚ ਜਾ ਕੇ ਚੇਂਜ ਪਾਸਵਰਡ ਆਪਸ਼ਨ ਸਿਲੈਕਟ ਕਰੋ। ਇੱਥੋਂ ਤੁਸੀਂ ਪਾਸਵਰਡ ਚੇਂਜ ਕਰ ਸਕਦੇ ਹੋ, ਪਰ ਇੱਕ ਇੰਪੋਰਟੈਂਟ ਰੂਲ ਹੈ, ਪਾਸਵਰਡ ਸਿਰਫ ਰਜਿਸਟਰਡ ਮੋਬਾਈਲ ਡਿਵਾਈਸ ਤੋਂ ਹੀ ਬਦਲਿਆ ਜਾ ਸਕਦਾ ਹੈ। ਜੇ ਪਾਸਵਰਡ ਕੰਪਲੀਟਲੀ ਲੌਸਟ ਹੋ ਗਿਆ ਹੈ ਜਾਂ ਯੂਜ਼ਰ ਕ੍ਰੀਏਸ਼ਨ ਦੌਰਾਨ ਇਸ਼ੂ ਆਇਆ ਸੀ ਤਾਂ ਪਾਸਵਰਡ ਰੀਸੈਟ ਸਿਰਫ CMMS ਪੋਰਟਲ ਤੋਂ ਹੀ ਹੋ ਸਕੇਗਾ। ਸਿੰਪਲ ਮੈਨੂ ਇੰਟਰਫੇਸ। ਇਸ ਸਲਾਈਡ ਵਿੱਚ ਐਪ ਦੀ ਸਭ ਤੋਂ ਵਧੀਆ ਖਾਸੀਅਤ ਦਿਖਾਈ ਗਈ ਹੈ, ਸਿੰਪਲ ਮੈਨੂ ਇੰਟਰਫੇਸ। ਐਪ ਦਾ ਇੰਟਰਫੇਸ ਬਹੁਤ ਸਿੰਪਲ ਰੱਖਿਆ ਗਿਆ ਹੈ ਤਾਂ ਜੋ ਇਨੂਮਰੇਟਰਸ ਅਤੇ ਸੁਪਰਵਾਈਜ਼ਰਸ ਡੇਟਾ ਕਲੈਕਸ਼ਨ ਈਜ਼ੀਲੀ ਕਰ ਸਕਣ। ਬਟਨਸ ਕਲੀਅਰ ਹਨ, ਨੈਵੀਗੇਸ਼ਨ ਆਸਾਨ ਹੈ, ਸਕਰੀਨਸ ਯੂਜ਼ਰ ਫ੍ਰੈਂਡਲੀ ਹਨ। ਇਸ ਨਾਲ ਫੀਲਡ ਵਿੱਚ ਕਨਫਿਊਜ਼ਨ ਘੱਟ ਹੁੰਦੀ ਹੈ ਅਤੇ ਡੇਟਾ ਐਂਟਰੀ ਤੇਜ਼ੀ ਨਾਲ ਹੋ ਸਕਦੀ ਹੈ। ਸਿੰਪਲ ਇੰਟਰਫੇਸ ਦਾ ਮੁੱਖ ਉਦੇਸ਼ ਹੈ ਘੱਟ ਐਰਰਸ, ਫਾਸਟ ਡੇਟਾ ਕਲੈਕਸ਼ਨ, ਬੈਟਰ ਐਕਿਊਰੇਸੀ। ਇਹ ਫੀਚਰ ਫੀਲਡ ਸਟਾਫ ਲਈ ਬਹੁਤ ਹੈਲਪਫੁਲ ਸਾਬਤ ਹੋਵੇਗੀ। ਲਾਈਨ ਨੰਬਰ। ਹੁਣ ਅਸੀਂ ਐਕਚੁਅਲ ਡਾਟਾ ਐਂਟਰੀ ਪ੍ਰੋਸੈਸ ਵਿੱਚ ਦਾਖਲ ਹੋ ਰਹੇ ਹਾਂ। ਸਭ ਤੋਂ ਪਹਿਲਾ ਫੀਲਡ ਹੈ ਲਾਈਨ ਨੰਬਰ। ਇਹ ਸਕਰੀਨ ਦੇ ਉੱਪਰ ਕੁਐਸਚਨ 1 ਵਜੋਂ ਦਿਖਾਈ ਦੇਵੇਗਾ। ਲਾਈਨ ਨੰਬਰ ਮੈਨੂਅਲੀ ਚੇਂਜ ਨਹੀਂ ਕੀਤਾ ਜਾ ਸਕਦਾ, ਇਹ ਆਟੋਮੈਟਿਕਲੀ ਇੰਕਰੀਮੈਂਟ ਹੁੰਦਾ ਹੈ। ਮਤਲਬ ਜਿਵੇਂ ਤੁਸੀਂ ਇੱਕ ਰਿਕਾਰਡ ਕੰਪਲੀਟ ਕਰੋਗੇ, ਅਗਲੇ ਰਿਕਾਰਡ ਲਈ ਲਾਈਨ ਨੰਬਰ ਆਪਣੇ ਆਪ ਵੱਧ ਜਾਵੇਗਾ। ਇਹ ਲਾਈਨ ਨੰਬਰ ਬਹੁਤ ਮਹੱਤਵਪੂਰਨ ਹੈ ਕਿਉਂਕਿ ਫਿਊਚਰ ਵੈਰੀਫਿਕੇਸ਼ਨ ਅਤੇ ਟਰੈਕਿੰਗ ਇਸ ਦੇ ਆਧਾਰ 'ਤੇ ਹੁੰਦੀ ਹੈ। ਹਰ ਸਕਰੀਨ ਦੇ ਅੱਪਰ ਲੈਫਟ ਕਾਰਨਰ ਵਿੱਚ ਇਹ ਨੰਬਰ ਕੰਟੀਨਿਊਸਲੀ ਦਿਖਾਈ ਦੇਵੇਗਾ। ਬਿਲਡਿੰਗ ਨੰਬਰ। ਹੁਣ ਅਗਲਾ ਫੀਲਡ ਹੈ ਬਿਲਡਿੰਗ ਨੰਬਰ। ਜੇ ਤੁਸੀਂ ਨਵੀਂ ਬਿਲਡਿੰਗ ਰਿਕਾਰਡ ਕਰ ਰਹੇ ਹੋ ਤਾਂ ਨਵਾਂ ਬਿਲਡਿੰਗ ਨੰਬਰ ਐਂਟਰ ਕਰੋ। ਜੇ ਅਗਲਾ ਸੈਂਸਸ ਹਾਊਸ ਉਸੇ ਬਿਲਡਿੰਗ ਵਿੱਚ ਹੈ ਤਾਂ ਤੁਸੀਂ ਰਿਪੀਟ ਬਟਨ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਦੁਬਾਰਾ ਸੇਮ ਬਿਲਡਿੰਗ ਨੰਬਰ ਮੈਨੂਅਲੀ ਟਾਈਪ ਕਰਨ ਦੀ ਲੋੜ ਨਹੀਂ ਪਵੇਗੀ। ਐਰੋ ਆਪਸ਼ਨ ਦੀ ਮਦਦ ਨਾਲ ਤੁਸੀਂ ਪਹਿਲਾਂ ਭਰੇ ਹੋਏ ਬਿਲਡਿੰਗ ਨੰਬਰਸ ਵੀ ਸਿਲੈਕਟ ਕਰ ਸਕਦੇ ਹੋ। ਇਸ ਫੀਚਰ ਨਾਲ ਟਾਈਮ ਬਚਦਾ ਹੈ ਅਤੇ ਟਾਈਪਿੰਗ ਐਰਰਸ ਘੱਟ ਹੁੰਦੀਆਂ ਹਨ। ਸੈਂਸਸ ਹਾਊਸ ਨੰਬਰ। ਹੁਣ ਆਉਂਦਾ ਹੈ ਸੈਂਸਸ ਹਾਊਸ ਨੰਬਰ। ਇੱਕ 4 ਡਿਜਿਟ ਸੀਰੀਅਲ ਨੰਬਰ ਹੁੰਦਾ ਹੈ। ਪਹਿਲੇ ਸੈਂਸਸ ਹਾਊਸ ਲਈ ਸਿਸਟਮ ਆਟੋਮੈਟਿਕਲੀ 0001 ਅਸਾਈਨ ਕਰੇਗਾ। ਇਸ ਸਕਰੀਨ ਤੇ 2 ਬਟਨਸ ਹੋਣਗੇ, ਰਿਪੀਟ ਅਤੇ ਨਿਊ। ਜੇ ਅਗਲਾ ਹਾਊਸ ਨੰਬਰ ਸੇਮ ਤਾਂ ਰਿਪੀਟ ਬਟਨ ਦਬਾਓ। ਜੇ ਨਵਾਂ ਹਾਊਸ ਨੰਬਰ ਅਸਾਈਨ ਕਰਨਾ ਹੈ ਤਾਂ ਨਿਊ ਬਟਨ ਵਰਤੋ। ਪਹਿਲੇ ਹਾਊਸ ਐਂਟਰੀ ਦੌਰਾਨ ਰਿਪੀਟ ਬਟਨ ਡਿਸੇਬਲ ਰਹੇਗਾ। ਇਹ ਸੈਂਸਸ ਹਾਊਸ ਨੰਬਰ ਅਗਲੀਆਂ ਸਕਰੀਨਸ ਤੇ ਵੀ ਡਿਸਪਲੇ ਹੁੰਦਾ ਰਹੇਗਾ। ਸੈਲਫ ਇਨੂਮਰੇਸ਼ਨ ਰੈਫਰੈਂਸ ID।
ਹੁਣ ਸਿਸਟਮ ਇੱਕ ਇੰਪੋਰਟੈਂਟ ਕੁਐਸਚਨ ਪੁੱਛੇਗਾ, ਕੀ ਹਾਊਸਹੋਲਡ ਨੇ ਆਪਣੀ ਸੈਲਫ ਇਨੂਮਰੇਸ਼ਨ ਕੀਤੀ ਹੈ? ਇੱਥੇ ਤੁਹਾਨੂੰ ਯੈਸ ਜਾਂ ਨੋ ਚੁਣਨਾ ਹੋਵੇਗਾ। ਜੇ ਹਾਊਸਹੋਲਡ ਨੇ ਪਹਿਲਾਂ ਹੀ ਆਨਲਾਈਨ ਸੈਲਫ ਇਨੂਮਰੇਸ਼ਨ ਕਰ ਲਈ ਹੈ ਤਾਂ ਯੈਸ ਚੁਣੋ, ਜੇ ਨਹੀਂ ਕੀਤੀ ਤਾਂ ਨੋ ਚੁਣੋ ਅਤੇ ਨਾਰਮਲ ਪ੍ਰੋਸੈਸ ਜਾਰੀ ਰੱਖੋ। ਇਹ ਫੀਚਰ ਸਿਟੀਜ਼ਨਸ ਨੂੰ ਸੈਲਫ ਰਿਪੋਰਟਿੰਗ ਦੀ ਸੁਵਿਧਾ ਦਿੰਦਾ ਹੈ। ਜੇ ਹਾਊਸਹੋਲਡ ਨੇ ਸੈਲਫ ਇਨੂਮਰੇਸ਼ਨ ਕੀਤੀ ਹੋਈ ਹੈ ਤਾਂ ਸਿਸਟਮ ਅੱਗੇ ਸਪੈਸੀਫਿਕ ਕੁਐਸਚਨਸ ਪੁੱਛੇਗਾ। ਕੁਐਸਚਨ 7 ਵਿੱਚ ਹਾਊਸ ਯੂਸੇਜ ਬਾਰੇ ਜਾਣਕਾਰੀ ਭਰਨੀ ਹੋਵੇਗੀ। ਆਪਸ਼ਨਸ ਹੋ ਸਕਦੇ ਹਨ ਰੈਜ਼ੀਡੈਂਸ ਵਿਦ ਅਦਰ ਯੂਸ। ਕੁਐਸਚਨ 9 ਵਿੱਚ ਹਾਊਸਹੋਲਡ ਨੰਬਰ ਆਟੋਮੈਟਿਕਲੀ ਜਨਰੇਟ ਹੋ ਜਾਵੇਗਾ। ਇਸ ਨਾਲ ਮੈਨੂਅਲ ਐਫਰਟ ਕੱਟ ਹੋ ਜਾਂਦੀ ਹੈ। ਜੇ ਦਿੱਤਾ ਗਿਆ SCID ਅਵੇਲੇਬਲ ਡੇਟਾਬੇਸ ਨਾਲ ਮੈਚ ਕਰ ਜਾਂਦਾ ਹੈ ਤਾਂ ਹਾਊਸਹੋਲਡ ਦਾ ਡੇਟਾ ਆਟੋਮੈਟਿਕਲੀ ਐਪ ਵਿੱਚ ਡਿਸਪਲੇ ਹੋ ਜਾਵੇਗਾ। ਹੁਣ ਇਨੂਮਰੇਟਰ ਦਾ ਕੰਮ ਹੈ ਉਸ ਡੇਟਾ ਨੂੰ ਵੈਰੀਫਾਈ ਕਰਨਾ। ਜੇ ਡੇਟਾ ਸਹੀ ਹੈ ਤਾਂ ਕਨਫਰਮ ਕਰੋ, ਜੇ ਕੋਈ ਗਲਤੀ ਹੈ ਤਾਂ ਐਡਿਟ ਕਰੋ। ਇਹ ਫੀਚਰ ਡੁਪਲੀਕੇਟ ਵਰਕ ਘਟਾਉਂਦਾ ਹੈ ਅਤੇ ਐਫੀਸ਼ੀਐਂਸੀ ਵਧਾਉਂਦਾ ਹੈ। ਕੁਐਸਚਨ 4 ਫਲੋਰ ਮਟੀਰੀਅਲ। ਹੁਣ ਐਕਚੁਅਲ ਕੁਐਸਚਨ ਐ ਡਿਟੇਲ ਸ਼ੁਰੂ ਹੁੰਦੀਆਂ ਹਨ। ਇੱਥੇ ਪੁੱਛਿਆ ਜਾਂਦਾ ਹੈ, ਘਰ ਦੇ ਫਲੋਰ ਦੀ ਮੁੱਖ ਮਟੀਰੀਅਲ ਕੀ ਹੈ? ਤੁਹਾਨੂੰ ਮਟੀਰੀਅਲ ਸਿਲੈਕਟ ਕਰਨੀ ਹੈ ਜੋ ਫਲੋਰ ਦੇ ਵੱਡੇ ਹਿੱਸੇ ਵਿੱਚ ਵਰਤੀ ਗਈ ਹੋਵੇ। ਜੇ ਮਲਟੀ ਸਟੋਰੇ ਬਿਲਡਿੰਗ ਹੈ ਤਾਂ ਹਰ ਸੈਂਸਸ ਹਾਊਸ ਦਾ ਫਲੋਰ ਮਟੀਰੀਅਲ ਵੱਖ-ਵੱਖ ਹੋ ਸਕਦਾ ਹੈ। ਇਸ ਲਈ ਹਰ ਯੂਨਿਟ ਨੂੰ ਸੈਪਰੇਟਲੀ ਅਸੈਸ ਕਰਨਾ ਜ਼ਰੂਰੀ ਹੈ। ਸਹੀ ਆਬਜ਼ਰਵੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਾਊਸਿੰਗ ਕੁਆਲਿਟੀ ਅਸੈਸਮੈਂਟ ਵਿੱਚ ਮਹੱਤਵਪੂਰਨ ਰੋਲ ਨਿਭਾਉਂਦਾ ਹੈ। ਕੁਐਸਚਨ 5 ਦੀਵਾਰ ਦੀ ਸਮੱਗਰੀ ਵਾਲ ਮਟੀਰੀਅਲ। ਹੁਣ ਅਗਲਾ ਸਵਾਲ ਹੈ ਦੀਵਾਰ ਦੀ ਮੁੱਖ ਸਮੱਗਰੀ ਬਾਰੇ। ਇੱਥੇ ਇਨੂਮਰੇਟਰ ਨੂੰ ਇਹ ਵੇਖਣਾ ਹੈ ਕਿ ਘਰ ਦੀ ਬਾਹਰੀ ਦੀਵਾਰ ਕਿਸ ਮਟੀਰੀਅਲ ਨਾਲ ਬਣੀ ਹੋਈ ਹੈ। ਜਿਸ ਮਟੀਰੀਅਲ ਦਾ ਸਭ ਤੋਂ ਵੱਡਾ ਹਿੱਸਾ ਵਰਤਿਆ ਗਿਆ ਹੈ ਉਸ ਨੂੰ ਮੈਂ ਵਾਲ ਮਟੀਰੀਅਲ ਮੰਨਿਆ ਜਾਵੇਗਾ। ਜੇ ਦੀਵਾਰ ਉੱਤੇ ਪਲਾਸਟਰ ਜਾਂ ਪੇਂਟ ਕੀਤਾ ਹੋਇਆ ਹੈ ਅਤੇ ਐਕਚੁਅਲ ਮਟੀਰੀਅਲ ਸਮਝ ਨਹੀਂ ਆ ਰਹੀ ਤਾਂ ਰਿਸਪੋਂਡੈਂਟ ਤੋਂ ਪੁੱਛ ਕੇ ਸਹੀ ਜਾਣਕਾਰੀ ਲਵੋ। ਜੇ ਰਿਸਪੋਂਡੈਂਟ ਨੂੰ ਵੀ ਪਤਾ ਨਹੀਂ ਤਾਂ ਦਿੱਤੇ ਨਿਰਦੇਸ਼ਾਂ ਅਨੁਸਾਰ ਕੋਡ ਸ਼ੂਨਯ ਦਰਜ ਕੀਤਾ ਜਾ ਸਕਦਾ ਹੈ। ਇੱਥੇ ਐਕੂਰੇਸੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਹਾਊਸਿੰਗ ਕੰਡੀਸ਼ਨ ਐਨਾਲਿਸਿਸ ਲਈ ਵਰਤੀ ਜਾਵੇਗੀ। ਕੁਐਸਚਨ 6 ਛੱਤ ਦੀ ਸਮੱਗਰੀ ਰੂਫ ਮਟੀਰੀਅਲ। ਹੁਣ ਅਗਲਾ ਸਵਾਲ ਹੈ ਛੱਤ ਦੀ ਸਮੱਗਰੀ ਬਾਰੇ। ਇੱਥੇ ਤੁਹਾਨੂੰ ਆਈਡੈਂਟੀਫਾਈ ਕਰਨਾ ਹੈ ਕਿ ਰੂਫ ਕਿਸ ਮਟੀਰੀਅਲ ਦੀ ਬਣੀ ਹੋਈ ਹੈ। ਜਿਸ ਮਟੀਰੀਅਲ ਦਾ ਵੱਡਾ ਹਿੱਸਾ ਵੈਦਰ ਦੇ ਐਕਸਪੋਜਰ ਵਿੱਚ ਹੈ ਉਹ ਮੈਂ ਰੂਫ ਮਟੀਰੀਅਲ ਮੰਨੀ ਜਾਵੇਗੀ। ਉਦਾਹਰਨ ਲਈ ਜੇ ਛੱਤ ਸਟੋਨ ਸਲੈਬਸ ਨਾਲ ਬਣੀ ਹੋਈ ਹੈ ਅਤੇ ਉਸ ਉੱਤੇ ਸੀਮੈਂਟ ਲੇਅਰ ਹੈ ਤਾਂ ਰੂਫ ਮਟੀਰੀਅਲ ਸਟੋਨ ਮੰਨੀ ਜਾ ਸਕਦੀ ਹੈ। ਇੱਥੇ ਵੀ ਸਹੀ ਆਬਜ਼ਰਵੇਸ਼ਨ ਕਰਨੀ ਬਹੁਤ ਜ਼ਰੂਰੀ ਹੈ। ਕੁਐਸਚਨ 7 ਊਸੇ ਆਫ ਸੈਂਸਸ ਹਾਊਸ। ਇੱਕ ਬਹੁਤ ਮਹੱਤਵਪੂਰਨ ਸਵਾਲ ਹੈ। ਇੱਥੇ ਤੁਸੀਂ ਦਰਜ ਕਰੋਗੇ ਕਿ ਇਹ ਸੈਂਸਸ ਹਾਊਸ ਕਿਸ ਪਰਪਸ ਲਈ ਵਰਤਿਆ ਜਾ ਰਿਹਾ ਹੈ, ਜਿਵੇਂ ਰੈਜ਼ੀਡੈਂਸ ਕਮ ਅਦਰ ਯੂਸ, ਸ਼ਾਪ, ਸਕੂਲ, ਆਫਿਸ ਜਾਂ ਹੋਰ ਕੋਈ ਵਰਤੋਂ। ਜੇ ਆਪਸ਼ਨ 1 ਜਾਂ 2 ਚੁਣਿਆ ਜਾਂਦਾ ਹੈ ਤਾਂ ਫਾਰਮ ਨਾਰਮਲ ਫਲੋ ਵਿੱਚ ਅੱਗੇ ਵਧੇਗਾ, ਪਰ ਜੇ ਆਪਸ਼ਨ 3 ਤੋਂ 9 ਜਾਂ 0 ਚੁਣਿਆ ਜਾਂਦਾ ਹੈ ਤਾਂ ਐਪ ਆਟੋਮੈਟਿਕਲੀ ਕੁਝ ਕੁਐਸਚਨ ਸਕਿਪ ਕਰਕੇ ਡਾਇਰੈਕਟ ਕੁਐਸਚਨ 34 ਤੱਕ ਜੰਪ ਕਰ ਸਕਦੀ ਹੈ। ਜੇ ਹਾਊਸ ਲੌਕਡ ਹੈ ਤਾਂ ਐਕਚੁਅਲ ਯੂਸੇਜ ਫਿਰ ਵੀ ਰਿਕਾਰਡ ਕਰਨਾ ਲਾਜ਼ਮੀ ਹੈ। ਜੇ ਇੰਸਟੀਟਿਊਸ਼ਨਲ ਹਾਊਸ ਹੈ ਤਾਂ ਉਸ ਦੀ ਕਰੈਕਟ ਕੈਟੇਗਰੀ ਮੈਂਸ਼ਨ ਕਰਨੀ ਜ਼ਰੂਰੀ ਹੈ। ਕੁਐਸਚਨ 8 ਕੰਡੀਸ਼ਨ ਆਫ ਸੈਂਸਸ ਹਾਊਸ। ਹੁਣ ਸਵਾਲ ਹੈ ਘਰ ਦੀ ਕੰਡੀਸ਼ਨ ਬਾਰੇ। ਤੁਹਾਨੂੰ ਅਵੇਲੇਬਲ ਆਪਸ਼ਨਸ ਵਿੱਚੋਂ ਸਹੀ ਆਪਸ਼ਨ ਸਿਲੈਕਟ ਕਰਨੀ ਹੈ। ਉਦਾਹਰਨ ਗੁੱਡ, ਲਿਵੇਬਲ, ਡਿਲੈਪੀਡੇਟਡ। ਇਨੂਮਰੇਟਰ ਨੂੰ ਵਿਜ਼ੂਅਲੀ ਆਬਜ਼ਰਵ ਕਰਕੇ ਸਹੀ ਕੈਟੇਗਰੀ ਚੁਣਨੀ ਚਾਹੀਦੀ ਹੈ। ਇਹ ਹਾਊਸਿੰਗ ਇਨਫਰਾਸਟ੍ਰਕਚਰ ਅਸੈਸਮੈਂਟ ਲਈ ਯੂਸਫੁਲ ਡੇਟਾ ਹੈ। ਕੁਐਸਚਨ 9 10 11। ਕੁਐਸਚਨ 9 ਹਾਊਸਹੋਲਡ ਨੰਬਰ। ਇਹ ਨੰਬਰ ਆਟੋਮੈਟਿਕਲੀ ਜਨਰੇਟ ਹੁੰਦਾ ਹੈ। ਜੇ ਹਾਊਸ ਰੈਜ਼ੀਡੈਂਸ਼ੀਅਲ ਹੈ ਤਾਂ ਸਿਸਟਮ ਹਾਊਸਹੋਲਡ ਨੰਬਰ ਅਸਾਈਨ ਕਰੇਗਾ। ਕੁਝ ਸਪੈਸ਼ਲ ਕੇਸਿਸ ਵਿੱਚ ਸਿਸਟਮ 999 ਵੀ ਅਸਾਈਨ ਕਰ ਸਕਦਾ ਹੈ। ਲੌਕਡ ਹਾਊਸਿਸ ਲਈ ਹਾਊਸਹੋਲਡ ਨੰਬਰ ਅਸਾਈਨ ਨਾ ਵੀ ਹੋ ਸਕਦਾ। ਕੁਐਸਚਨ 10 ਟੋਟਲ ਨੰਬਰ ਆਫ ਪਰਸਨਸ। ਇੱਥੇ ਹਾਊਸਹੋਲਡ ਵਿੱਚ ਰਹਿਣ ਵਾਲੇ ਕੁੱਲ ਮੈਂਬਰਾਂ ਦੀ ਗਿਣਤੀ ਦਰਜ ਕਰਨੀ ਹੈ। ਸਹੀ ਕਾਊਂਟ ਬਹੁਤ ਜ਼ਰੂਰੀ ਹੈ। ਕੁਐਸਚਨ 11 ਨੇਮ ਆਫ ਹੈਡ ਆਫ ਹਾਊਸਹੋਲਡ। ਇੱਥੇ ਹਾਊਸਹੋਲਡ ਹੈਡ ਦਾ ਨਾਮ ਐਂਟਰ ਕੀਤਾ ਜਾਵੇਗਾ। ਜੇ ਇੰਸਟੀਟਿਊਸ਼ਨਲ ਹਾਊਸਹੋਲਡ ਹੈ ਤਾਂ ਇੰਡੀਵਿਜੂਅਲ ਨੇਮ ਦੀ ਬਜਾਏ ਡਿਜ਼ਿਗਨੇਸ਼ਨ ਦਰਜ ਕੀਤੀ ਜਾਵੇਗੀ। ਕੁਐਸਚਨ 12 ਅਤੇ 13। ਕੁਐਸਚਨ 12 ਜੈਂਡਰ ਆਫ ਹੈਡ। ਹਾਊਸਹੋਲਡ ਹੈਡ ਦਾ ਜੈਂਡਰ ਦਰਜ ਕਰਨਾ ਹੈ। ਕੁਐਸਚਨ 13 SC/ST/ਅਦਰ ਕੈਟੇਗਰੀ। ਇੱਥੇ ਕਾਸਟ ਕੈਟੇਗਰੀ,
ਰਿਕਾਰਡ ਕਰਨੀ ਹੈ। ਜੇ ਕਿਸੇ ਸਟੇਟ ਸਪੈਸੀਫਿਕ SC/ST ਲਿਸਟ ਦੀ ਲੋੜ ਹੋਵੇ ਤਾਂ ਐਪ ਵਿੱਚ ਦਿੱਤੇ ਆਏ ਆਈਕਨ ਦੀ ਮਦਦ ਨਾਲ ਲਿਸਟ ਵੇਖੀ ਜਾ ਸਕਦੀ ਹੈ। ਜੇ ਹਾਊਸਹੋਲਡ ਇੰਸਟੀਟਿਊਸ਼ਨਲ ਹੈ ਤਾਂ ਇਹ ਕੁਐਸਚਨਸ ਆਟੋਮੈਟਿਕਲੀ ਸਕਿਪ ਹੋ ਸਕਦੇ ਹਨ। ਕੁਐਸਚਨ 14, 15, 16। ਕੁਐਸਚਨ 14, ਓਨਰਸ਼ਿਪ ਸਟੇਟਸ, ਕਾਰ ਓਨਡ ਹੈ ਜਾਂ ਰੈਂਟਡ, ਇਹ ਜਾਣਕਾਰੀ ਇੱਥੇ ਭਰੀ ਜਾਵੇਗੀ। ਕੁਐਸਚਨ 15, ਨੰਬਰ ਆਫ ਡਵੈਲਿੰਗ ਰੂਮਸ, ਇੱਥੇ ਕੇਵਲ ਰਹਿਣ ਵਾਲੇ ਕਮਰੇ ਕਾਊਂਟ ਕਰਨੇ ਹਨ। ਇੰਕਲੂਡ ਬੈਡਰੂਮ, ਡਰਾਇੰਗ ਰੂਮ, ਡਾਈਨਿੰਗ ਰੂਮ, ਸਟੱਡੀ ਰੂਮ। ਐਕਸਕਲੂਡ ਕਿਚਨ, ਬਾਥਰੂਮ, ਸਟੋਰ ਰੂਮ, ਵਰਾਂਡਾ। ਕੁਐਸਚਨ 16, ਨੰਬਰ ਆਫ ਮੈਰਿਡ ਕਪਲਸ, ਹਾਊਸਹੋਲਡ ਵਿੱਚ ਕਿੰਨੇ ਮੈਰਿਡ ਕਪਲਸ ਹਨ ਇਹ ਇੱਥੇ ਦਰਜ ਕਰਨਾ ਹੈ। ਜੇ ਕੋਈ ਮੈਰਿਡ ਕਪਲ ਨਹੀਂ ਹੈ ਤਾਂ ਸ਼ੂਨਿਆ ਐਂਟਰ ਕਰੋ। ਕੁਐਸਚਨ 17, ਮੈਂ ਸੋਰਸ ਆਫ ਡਰਿੰਕਿੰਗ ਵਾਟਰ। ਹੁਣ ਅਗਲਾ ਸਵਾਲ ਹਾਊਸਹੋਲਡ ਦੇ ਮੈਂ ਡਰਿੰਕਿੰਗ ਵਾਟਰ ਸੋਰਸ ਬਾਰੇ ਹੈ। ਇੱਥੇ ਇਨੂਮਰੇਟਰ ਨੂੰ ਇਹ ਪਤਾ ਕਰਨਾ ਹੈ ਕਿ ਪਰਿਵਾਰ ਪੀਣ ਲਈ ਮੁੱਖ ਤੌਰ 'ਤੇ ਕਿਹੜਾ ਪਾਣੀ ਵਰਤਦਾ ਹੈ। ਆਪਸ਼ਨਸ ਵਿੱਚ ਹੋ ਸਕਦਾ ਹੈ ਟੈਪ ਵਾਟਰ, ਹੈਂਡ ਪੰਪ, ਵੈਲ, ਬੋਰਵੈਲ, ਬੋਟਲਡ ਵਾਟਰ ਜਾਂ ਹੋਰ ਸੋਰਸਿਸ। ਧਿਆਨ ਰੱਖੋ ਕਿ ਉਹ ਸੋਰਸ ਚੁਣਿਆ ਜਾਵੇ ਜੋ ਹਾਊਸਹੋਲਡ ਸਭ ਤੋਂ ਵੱਧ ਵਰਤਦਾ ਹੈ। ਸਹੀ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਬਟਨ ਦਬਾ ਕੇ ਅੱਗੇ ਵਧੋ। ਕੁਐਸਚਨ 18, ਅਵੇਲੇਬਿਲਿਟੀ ਆਫ ਡਰਿੰਕਿੰਗ ਵਾਟਰ ਸੋਰਸ। ਇਸ ਸਵਾਲ ਵਿੱਚ ਇਹ ਜਾਣਨਾ ਹੈ ਕਿ ਡਰਿੰਕਿੰਗ ਵਾਟਰ ਸੋਰਸ ਹਾਊਸਹੋਲਡ ਤੋਂ ਕਿੰਨੀ ਦੂਰੀ 'ਤੇ ਹੈ। ਇੱਥੇ 3 ਮੁੱਖ ਕੈਟੇਗਰੀਜ਼ ਹਨ। ਕੋਡ 1, ਵਿਦਿਨ ਪ੍ਰੈਮਿਸਿਸ, ਜੇ ਪਾਣੀ ਦਾ ਸੋਰਸ ਘਰ ਦੇ ਅੰਦਰ ਜਾਂ ਘਰ ਦੇ ਆਂਗਣ ਵਿੱਚ ਹੈ। ਉਦਾਹਰਨ ਟੈਪ ਕਨੈਕਸ਼ਨ, ਹੈਂਡ ਪੰਪ, ਵੈਲ। ਜੇ ਬੋਟਲਡ ਵਾਟਰ ਘਰ ਤੱਕ ਡਿਲੀਵਰ ਹੁੰਦਾ ਹੈ ਤਾਂ ਉਹ ਵੀ ਇਸ ਕੈਟੇਗਰੀ ਵਿੱਚ ਆਵੇਗਾ। ਕੋਡ 2, ਨੀਅਰ ਪ੍ਰੈਮਿਸਿਸ, ਜੇ ਸੋਰਸ ਘਰ ਤੋਂ ਬਾਹਰ ਹੈ ਪਰ ਨੇੜੇ ਹੈ। ਅਰਬਨ ਏਰੀਆ ਵਿੱਚ ਇਹ ਡਿਸਟੈਂਸ 100 ਮੀਟਰਸ ਤੱਕ ਮੰਨੀ ਜਾਵੇਗੀ। ਰੂਰਲ ਏਰੀਆ ਵਿੱਚ ਇਹ ਡਿਸਟੈਂਸ 500 ਮੀਟਰਸ ਤੱਕ ਮੰਨੀ ਜਾਵੇਗੀ। ਕੋਡ 3, ਅਵੇ ਫਰਮ ਪ੍ਰੈਮਿਸਿਸ, ਜੇ ਸੋਰਸ ਉਪਰੋਕਤ ਲਿਮਿਟ ਤੋਂ ਵੱਧ ਦੂਰ ਹੈ। ਕਰੈਕਟ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਬਟਨ ਦਬਾਓ। ਕੁਐਸਚਨ 19, ਮੈਂ ਸੋਰਸ ਆਫ ਲਾਈਟਿੰਗ। ਹੁਣ ਹਾਊਸਹੋਲਡ ਦੇ ਮੈਂ ਲਾਈਟਿੰਗ ਸੋਰਸ ਬਾਰੇ ਜਾਣਕਾਰੀ ਭਰੀ ਜਾਵੇਗੀ। ਪਿਛਲੇ 12 ਮਹੀਨਿਆਂ ਦੌਰਾਨ ਹਾਊਸਹੋਲਡ ਵੱਲੋਂ ਸਭ ਤੋਂ ਵੱਧ ਵਰਤੇ ਗਏ ਸੋਰਸ ਨੂੰ ਸਿਲੈਕਟ ਕਰੋ। ਉਦਾਹਰਨ ਇਲੈਕਟ੍ਰਿਸਿਟੀ, ਸੋਲਰ ਪਾਵਰ, ਕੇਰੋਸਿਨ ਜਾਂ ਹੋਰ ਸੋਰਸਿਸ। ਕਰੈਕਟ ਆਪਸ਼ਨ ਚੁਣਨ ਤੋਂ ਬਾਅਦ ਨੈਕਸਟ ਕਰੋ। ਕੁਐਸਚਨ 20, ਐਕਸੈਸ ਟੂ ਲੈਟਰਿਨ, ਇਹ ਬਹੁਤ ਮਹੱਤਵਪੂਰਨ ਕੁਐਸਚਨ ਹੈ। ਇੱਥੇ ਹਾਊਸਹੋਲਡ ਦੇ ਲੈਟਰਿਨ ਐਕਸੈਸ ਬਾਰੇ ਜਾਣਕਾਰੀ ਭਰੀ ਜਾਵੇਗੀ। ਕੋਡ 1, ਜੇ ਹਾਊਸਹੋਲਡ ਕੋਲ ਆਪਣਾ ਪ੍ਰਾਈਵੇਟ ਲੈਟਰਿਨ ਹੈ। ਕੋਡ 2, ਜੇ ਲੈਟਰਿਨ ਸ਼ੈਡ ਹੈ। ਕੋਡ 3, ਜੇ ਹਾਊਸਹੋਲਡ ਪਬਲਿਕ ਲੈਟਰਿਨ ਵਰਤਦਾ ਹੈ। ਕੋਡ 4, ਜੇ ਹਾਊਸਹੋਲਡ ਓਪਨ ਏਰੀਆਜ਼ ਵਰਤਦਾ ਹੈ ਜਿਵੇਂ ਫੀਲਡਸ, ਓਪਨ ਗਰਾਊਂਡਸ। ਰੇਲਵੇ ਟਰੈਕਸ, ਇੱਥੇ ਸ਼ੈਡ ਅਤੇ ਪਬਲਿਕ ਲੈਟਰਿਨ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਕੁਐਸਚਨ 21, ਟਾਈਪ ਆਫ ਲੈਟਰਿਨ ਹੈ। ਇੱਥੇ ਲੈਟਰਿਨ ਦੀ ਕਿਸਮ ਸਿਲੈਕਟ ਕਰਨੀ ਹੈ ਜਿਵੇਂ ਫਲਸ਼ ਲੈਟਰਿਨ ਹੈ, ਪਿਟ ਲੈਟਰਿਨ ਹੈ ਜਾਂ ਹੋਰ ਕੈਟੇਗਰੀ। ਰਿਸਪੋਂਡੈਂਟ ਤੋਂ ਪੁੱਛ ਕੇ ਸਹੀ ਆਪਸ਼ਨ ਚੁਣੋ। ਕੁਐਸਚਨ 22, ਵੇਸਟ ਵਾਟਰ ਆਊਟਲੈਟ। ਹੁਣ ਹਾਊਸਹੋਲਡ ਦੇ ਵੇਸਟ ਵਾਟਰ ਡਿਸਪੋਜ਼ਲ ਬਾਰੇ ਜਾਣਕਾਰੀ ਭਰਨੀ ਹੈ। ਇੱਥੇ ਕਿਚਨ, ਵਾਸ਼ਿੰਗ ਅਤੇ ਬੈਥਿੰਗ ਦਾ ਵੇਸਟ ਵਾਟਰ ਕਿੱਥੇ ਜਾਂਦਾ ਹੈ ਇਹ ਰਿਕਾਰਡ ਕੀਤਾ ਜਾਵੇਗਾ। ਧਿਆਨ ਰਹੇ ਲੈਟਰੀਨ ਵੇਸਟ ਇਸ ਕੈਟੇਗਰੀ ਵਿੱਚ ਸ਼ਾਮਲ ਨਹੀਂ ਹੁੰਦਾ। ਜੇ ਕੰਬਾਈਨਡ ਡਿਸਪੋਜ਼ਲ ਸਿਸਟਮ ਹੈ ਤਾਂ ਸਹੀ ਕੋਡ ਚੁਣੋ। ਕੁਐਸਚਨ 23, ਬੈਥਿੰਗ ਫੈਸਿਲਿਟੀ। ਇੱਥੇ ਇਹ ਜਾਣਨਾ ਹੈ ਕਿ ਹਾਊਸਹੋਲਡ ਕੋਲ ਬੈਥਿੰਗ ਫੈਸਿਲਿਟੀ ਅਵੇਲੇਬਲ ਹੈ ਜਾਂ ਨਹੀਂ। ਜੇ ਇੱਕ ਬੈਥਰੂਮ ਹੈ ਜਾਂ ਮਲਟੀਪਲ ਬੈਥਰੂਮਸ ਹਨ, ਦੋਵੇਂ ਕੇਸਿਸ ਵਿੱਚ ਫੈਸਿਲਿਟੀ ਅਵੇਲੇਬਲ ਮੰਨੀ ਜਾਵੇਗੀ। ਜੇ ਬੈਥਰੂਮ ਲੈਟਰੀਨ ਨਾਲ ਕੰਬਾਈਨਡ ਹੈ ਤਾਂ ਵੀ ਅਵੇਲੇਬਲ ਮੰਨੀ ਜਾਵੇਗੀ। ਇੱਥੇ ਫੋਕਸ ਫੈਸਿਲਿਟੀ ਅਵੇਲੇਬਿਲਿਟੀ 'ਤੇ ਹੈ, ਨਾਟ ਕੁਆਂਟਿਟੀ 'ਤੇ। ਸਹੀ ਆਪਸ਼ਨ ਸਿਲੈਕਟ ਕਰਕੇ ਨੈਕਸਟ ਬਟਨ ਦਬਾਓ। ਕੁਐਸਚਨ 24, ਅਵੇਲੇਬਿਲਿਟੀ ਆਫ ਕਿਚਨ ਐਂਡ LPG/PNG ਕਨੈਕਸ਼ਨ। ਹੁਣ ਅਗਲਾ ਸਵਾਲ ਹਾਊਸਹੋਲਡ ਵਿੱਚ ਕਿਚਨ ਅਵੇਲੇਬਿਲਿਟੀ ਬਾਰੇ ਹੈ। ਇੱਥੇ ਇਨੂਮਰੇਟਰ ਨੂੰ ਇਹ ਜਾਣਨਾ ਹੈ ਕਿ ਘਰ ਵਿੱਚ ਵੱਖਰਾ ਕਿਚਨ ਮੌਜੂਦ ਹੈ ਜਾਂ ਨਹੀਂ। ਜੇ ਕਿਚਨ ਅਵੇਲੇਬਲ ਹੈ ਤਾਂ ਉਸ ਦੇ ਨਾਲ LPG ਜਾਂ PNG ਕਨੈਕਸ਼ਨ ਦੀ ਅਵੇਲੇਬਿਲਿਟੀ ਵੀ ਰਿਕਾਰਡ ਕਰਨੀ ਹੈ। ਕਈ ਘਰਾਂ ਵਿੱਚ ਕੁਕਿੰਗ ਓਪਨ ਏਰੀਆ ਜਾਂ ਵਰਾਂਡਾ ਵਿੱਚ ਵੀ ਹੁੰਦੀ ਹੈ, ਇਸ ਲਈ ਰਿਸਪੋਂਡੈਂਟ ਤੋਂ ਸਹੀ ਜਾਣਕਾਰੀ ਲੈਣੀ ਜ਼ਰੂਰੀ ਹੈ। ਅਵੇਲੇਬਲ ਆਪਸ਼ਨਸ ਵਿੱਚੋਂ ਸਹੀ ਆਪਸ਼ਨ ਸਿਲੈਕਟ ਕਰੋ ਅਤੇ ਨੈਕਸਟ ਬਟਨ ਦਬਾਓ। ਕੁਐਸਚਨ 25, ਫਿਊਲ ਯੂਜ਼ ਫॉर ਕੁਕਿੰਗ। ਹੁਣ ਹਾਊਸਹੋਲਡ ਵਿੱਚ ਕੁਕਿੰਗ ਲਈ ਵਰਤੇ ਜਾਣ ਵਾਲੇ ਮੈਂ ਫਿਊਲ ਬਾਰੇ ਜਾਣਕਾਰੀ ਭਰੀ ਜਾਵੇਗੀ। ਆਪਸ਼ਨਸ ਹੋ ਸਕਦੇ ਹਨ LPG, PNG, ਫਾਇਰਵੁੱਡ, ਕਾਊਡੰਗ ਕੇਕਸ, ਕੇਰੋਸਿਨ, ਇਲੈਕਟ੍ਰਿਸਿਟੀ ਜਾਂ ਹੋਰ ਫਿਊਲਸ। ਧਿਆਨ ਰਹੇ ਕਿ ਉਹ ਫਿਊਲ ਸਿਲੈਕਟ ਕੀਤਾ ਜਾਵੇ ਜੋ ਹਾਊਸਹੋਲਡ ਵੱਲੋਂ
ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਕਰੈਕਟ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਬਟਨ ਦਬਾਓ। ਕੁਐਸਚਨ 26 ਰੇਡੀਓ ਟ੍ਰਾਂਜ਼ਿਸਟਰ। ਇੱਥੇ ਪੁੱਛਿਆ ਜਾਂਦਾ ਹੈ ਕਿ ਹਾਊਸਹੋਲਡ ਕੋਲ ਰੇਡੀਓ ਜਾਂ ਟ੍ਰਾਂਜ਼ਿਸਟਰ ਮੌਜੂਦ ਹੈ ਜਾਂ ਨਹੀਂ। ਜੇ ਹਾਊਸਹੋਲਡ ਕੋਲ ਇਹ ਡਿਵਾਈਸ ਹੈ ਤਾਂ ਯੈਸ ਵਾਲਾ ਆਪਸ਼ਨ ਸਿਲੈਕਟ ਕਰੋ, ਜੇ ਨਹੀਂ ਹੈ ਤਾਂ ਨੋ ਸਿਲੈਕਟ ਕਰੋ। ਇਹ ਓਨਰਸ਼ਿਪ ਰਿਲੇਟਡ ਕੁਐਸਚਨ ਹੈ। ਕੁਐਸਚਨ 27 ਟੈਲੀਵਿਜ਼ਨ। ਹੁਣ ਹਾਊਸਹੋਲਡ ਵਿੱਚ ਟੈਲੀਵਿਜ਼ਨ ਅਵੇਲੇਬਿਲਿਟੀ ਬਾਰੇ ਜਾਣਕਾਰੀ ਭਰੀ ਜਾਵੇਗੀ। ਜੇ ਫੈਮਿਲੀ ਕੋਲ ਟੀਵੀ ਮੌਜੂਦ ਹੈ ਤਾਂ ਐਪਰੋਪਰੀਏਟ ਆਪਸ਼ਨ ਸਿਲੈਕਟ ਕਰੋ। ਇਸ ਵਿੱਚ ਸਮਾਰਟ ਟੀਵੀ ਅਤੇ ਨਾਰਮਲ ਟੈਲੀਵਿਜ਼ਨ ਦੋਵੇਂ ਇੰਕਲੂਡ ਹੋ ਸਕਦੇ ਹਨ। ਸਹੀ ਆਪਸ਼ਨ ਚੁਣ ਕੇ ਅੱਗੇ ਵਧੋ। ਕੁਐਸਚਨ 28 ਐਕਸੈਸ ਟੂ ਇੰਟਰਨੈਟ। ਹੁਣ ਹਾਊਸਹੋਲਡ ਦੇ ਇੰਟਰਨੈਟ ਐਕਸੈਸ ਬਾਰੇ ਜਾਣਕਾਰੀ ਰਿਕਾਰਡ ਕੀਤੀ ਜਾਵੇਗੀ। ਇਹ ਦੇਖਣਾ ਹੈ ਕਿ ਹਾਊਸਹੋਲਡ ਕੋਲ ਇੰਟਰਨੈਟ ਫੈਸਿਲਿਟੀ ਅਵੇਲੇਬਲ ਹੈ ਜਾਂ ਨਹੀਂ। ਇੰਟਰਨੈਟ ਐਕਸੈਸ ਮੋਬਾਈਲ ਡੇਟਾ, ਬ੍ਰੌਡਬੈਂਡ, ਵਾਈਫਾਈ ਜਾਂ ਹੋਰ ਕਿਸੇ ਮੀਡੀਅਮ ਰਾਹੀਂ ਹੋ ਸਕਦੀ ਹੈ। ਕਰੈਕਟ ਆਪਸ਼ਨ ਸਿਲੈਕਟ ਕਰੋ ਅਤੇ ਨੈਕਸਟ ਬਟਨ ਦਬਾਓ। ਕੁਐਸਚਨ 29 ਕੰਪਿਊਟਰ ਲੈਪਟਾਪ। ਹੁਣ ਪੁੱਛਿਆ ਜਾਵੇਗਾ ਕਿ ਹਾਊਸਹੋਲਡ ਕੋਲ ਕੰਪਿਊਟਰ ਜਾਂ ਲੈਪਟਾਪ ਹੈ ਜਾਂ ਨਹੀਂ। ਕੋਡ 1। ਜੇ ਹਾਊਸਹੋਲਡ ਕੋਲ ਇੱਕ ਜਾਂ ਵੱਧ ਕੰਪਿਊਟਰ / ਲੈਪਟਾਪ ਹੈ। ਧਿਆਨ ਰਹੇ ਟੈਬਲੇਟਸ ਇਸ ਕੈਟੇਗਰੀ ਵਿੱਚ ਸ਼ਾਮਲ ਨਹੀਂ ਹਨ। ਕੋਡ 2। ਜੇ ਹਾਊਸਹੋਲਡ ਕੋਲ ਕੋਈ ਕੰਪਿਊਟਰ ਜਾਂ ਲੈਪਟਾਪ ਨਹੀਂ ਹੈ। ਸਹੀ ਆਪਸ਼ਨ ਚੁਣ ਕੇ ਨੈਕਸਟ ਕਰੋ। ਕੁਐਸਚਨ 30 ਟੈਲੀਫੋਨ, ਮੋਬਾਈਲ, ਸਮਾਰਟਫੋਨ। ਹੁਣ ਹਾਊਸਹੋਲਡ ਵਿੱਚ ਕਮਿਊਨੀਕੇਸ਼ਨ ਡਿਵਾਈਸਿਸ ਬਾਰੇ ਜਾਣਕਾਰੀ ਲੈਣੀ ਹੈ। ਇੱਥੇ ਇਹ ਰਿਕਾਰਡ ਕੀਤਾ ਜਾਵੇਗਾ ਕਿ ਹਾਊਸਹੋਲਡ ਕੋਲ ਟੈਲੀਫੋਨ, ਮੋਬਾਈਲ ਫੋਨ, ਸਮਾਰਟਫੋਨ ਫੈਸਿਲਿਟੀ ਅਵੇਲੇਬਲ ਹੈ ਜਾਂ ਨਹੀਂ। ਅੱਜ ਦੇ ਸਮੇਂ ਵਿੱਚ ਇਹ ਬਹੁਤ ਕਾਮਨ ਹੈ, ਪਰ ਫਿਰ ਵੀ ਸਹੀ ਵੈਰੀਫਿਕੇਸ਼ਨ ਕਰਨਾ ਜ਼ਰੂਰੀ ਹੈ। ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਬਟਨ ਦਬਾਓ। ਕੁਐਸਚਨ 31 ਬਾਈਸਿਕਲ, ਸਕੂਟਰ, ਮੋਟਰਸਾਈਕਲ, ਮੋਪੈਡ। ਹੁਣ ਇਸ ਸਵਾਲ ਵਿੱਚ ਹਾਊਸਹੋਲਡ ਦੀ ਟਰਾਂਸਪੋਰਟੇਸ਼ਨ ਓਨਰਸ਼ਿਪ ਬਾਰੇ ਜਾਣਕਾਰੀ ਲੈਣੀ ਹੈ। ਇੱਥੇ ਐਨੂਮਰੇਟਰ ਨੂੰ ਇਹ ਪੁੱਛਣਾ ਹੈ ਕਿ ਪਰਿਵਾਰ ਕੋਲ ਬਾਈਸਿਕਲ, ਸਕੂਟਰ, ਮੋਟਰਸਾਈਕਲ, ਮੋਪੈਡ ਮੌਜੂਦ ਹਨ ਜਾਂ ਨਹੀਂ। ਜੇ ਹਾਊਸਹੋਲਡ ਕੋਲ ਇਹਨਾਂ ਵਿੱਚੋਂ ਕੋਈ ਵੀ ਵਹੀਕਲ ਹੈ ਤਾਂ ਸਹੀ ਆਪਸ਼ਨ ਸਿਲੈਕਟ ਕਰੋ। ਇਹ ਜਾਣਕਾਰੀ ਹਾਊਸਹੋਲਡ ਦੀ ਮੋਬਿਲਿਟੀ ਅਤੇ ਇਕਨੋਮਿਕ ਇੰਡੀਕੇਟਰਸ ਨੂੰ ਸਮਝਣ ਲਈ ਮਹੱਤਵਪੂਰਨ ਹੈ। ਕੁਐਸਚਨ 32 ਕਾਰ, ਜੀਪ, ਵੈਨ। ਹੁਣ ਲਾਰਜਰ ਵਹੀਕਲਸ ਦੀ ਓਨਰਸ਼ਿਪ ਬਾਰੇ ਜਾਣਕਾਰੀ ਰਿਕਾਰਡ ਕੀਤੀ ਜਾਵੇਗੀ। ਇੱਥੇ ਪੁੱਛਿਆ ਜਾਵੇਗਾ ਕਿ ਹਾਊਸਹੋਲਡ ਕੋਲ ਕਾਰ, ਜੀਪ, ਵੈਨ ਮੌਜੂਦ ਹੈ ਜਾਂ ਨਹੀਂ। ਜੇ ਵਹੀਕਲ ਅਵੇਲੇਬਲ ਹੈ ਤਾਂ ਯੈਸ ਸਿਲੈਕਟ ਕਰੋ, ਜੇ ਨਹੀਂ ਹੈ ਤਾਂ ਨੋ ਆਪਸ਼ਨ ਚੁਣੋ। ਕਰੈਕਟ ਡੇਟਾ ਐਂਟਰੀ ਬਹੁਤ ਜ਼ਰੂਰੀ ਹੈ। ਕੁਐਸਚਨ 33 ਮੈਂ ਸੀਰੀਅਲ ਕੰਜ਼ੂਮਡ। ਹੁਣ ਹਾਊਸਹੋਲਡ ਦੀ ਫੂਡ ਕੰਜ਼ੰਪਸ਼ਨ ਰਿਲੇਟਡ ਇਨਫੋਰਮੇਸ਼ਨ ਭਰੀ ਜਾਵੇਗੀ। ਇੱਥੇ ਇਹ ਦਰਜ ਕਰਨਾ ਹੈ ਕਿ ਪਰਿਵਾਰ ਮੁੱਖ ਤੌਰ 'ਤੇ ਕਿਹੜਾ ਸੀਰੀਅਲ ਕੰਜ਼ੂਮ ਕਰਦਾ ਹੈ। ਉਦਾਹਰਨ ਵੀਟ, ਰਾਈਸ, ਮਾਈਜ਼ੇ, ਬਜਰਾ ਜਾਂ ਹੋਰ ਸੀਰੀਅਲਸ। ਉਹ ਸੀਰੀਅਲ ਸਿਲੈਕਟ ਕਰੋ ਜੋ ਹਾਊਸਹੋਲਡ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ, ਫਿਰ ਨੈਕਸਟ ਬਟਨ ਦਬਾਓ। ਕੁਐਸਚਨ 34 ਮੋਬਾਈਲ ਨੰਬਰ। ਇਹ ਇੱਕ ਬਹੁਤ ਮਹੱਤਵਪੂਰਨ ਕੁਐਸਚਨ ਹੈ। ਇੱਥੇ ਹਾਊਸਹੋਲਡ ਦੇ ਕਿਸੇ ਇੱਕ ਮੈਂਬਰ ਦਾ 10 ਡਿਜਿਟ ਐਕਟਿਵ ਮੋਬਾਈਲ ਨੰਬਰ ਦਰਜ ਕਰਨਾ ਲਾਜ਼ਮੀ ਹੈ। ਇਹ ਨੰਬਰ ਸਿਰਫ ਸੈਂਸਸ ਰਿਲੇਟਡ ਕਮਿਊਨੀਕੇਸ਼ਨ ਲਈ ਵਰਤਿਆ ਜਾਵੇਗਾ। ਧਿਆਨ ਰੱਖੋ ਨੰਬਰ ਫੰਕਸ਼ਨਲ ਹੋਣਾ ਚਾਹੀਦਾ ਹੈ। ਜੇ ਹਾਊਸ ਲੌਕਡ ਹੈ ਅਤੇ ਨੇਬਰ ਤੋਂ ਨੰਬਰ ਮਿਲਦਾ ਹੈ ਤਾਂ ਹਾਊਸਹੋਲਡ ਮੈਂਬਰ ਦਾ ਸਹੀ ਨੰਬਰ ਹੀ ਦਰਜ ਕਰੋ। ਇਸ ਤੋਂ ਬਾਅਦ ਸਬਮਿਟ ਬਟਨ ਦਬਾ ਕੇ ਰਿਕਾਰਡ ਸੇਵ ਕੀਤਾ ਜਾਵੇਗਾ। ਆਲ ਕੁਐਸਚਨਸ ਐਂਟਰਡ। ਰਿਵਿਊ ਸਕਰੀਨ। ਹੁਣ ਹਾਊਸਹੋਲਡ ਦੇ ਸਾਰੇ 34 ਕੁਐਸਚਨਸ ਕੰਪਲੀਟ ਹੋ ਚੁੱਕੇ ਹਨ। ਇਸ ਸਕਰੀਨ 'ਤੇ ਤੁਹਾਨੂੰ ਸਾਰੇ ਆਨਸਰਸ ਦੀ ਰਿਵਿਊ ਕਰਨ ਦਾ ਮੌਕਾ ਮਿਲੇਗਾ। ਇਹ ਫਾਈਨਲ ਵੈਰੀਫਿਕੇਸ਼ਨ ਸਟੈਪ ਹੈ। ਜੇ ਕੋਈ ਗਲਤੀ ਨਜ਼ਰ ਆਵੇ ਤਾਂ ਉਸਨੂੰ ਠੀਕ ਕਰੋ। ਜੇ ਸਭ ਕੁਝ ਸਹੀ ਹੈ ਤਾਂ ਕਨਫਰਮ ਬਟਨ ਦਬਾਓ। ਇਸ ਨਾਲ ਰਿਕਾਰਡ ਸਕਸੈਸਫੁਲੀ ਸੇਵ ਹੋ ਜਾਵੇਗਾ। ਅਪਡੇਸ਼ਨ ਆਫ ਡੇਟਾ। ਹੁਣ ਮੰਨ ਲਓ ਕਿ ਤੁਸੀਂ ਰਿਕਾਰਡ ਸੇਵ ਕਰ ਦਿੱਤਾ ਪਰ ਅਜੇ ਉਹ ਸਰਵਰ ਨਾਲ ਸਿੰਕ ਨਹੀਂ ਹੋਇਆ। ਇਸ ਸਿਚੁਏਸ਼ਨ ਵਿੱਚ ਅਪਡੇਸ਼ਨ ਆਫ ਡੇਟਾ ਆਪਸ਼ਨ ਵਰਤੀ ਜਾਂਦੀ ਹੈ। ਇੱਥੇ ਤੁਹਾਨੂੰ ਐਡਿਟ ਆਪਸ਼ਨ, ਡਿਲੀਟ ਆਪਸ਼ਨ ਦੋਵੇਂ ਮਿਲਣਗੇ। ਜੇ ਕੋਈ ਐਂਟਰੀ ਗਲਤ ਹੈ ਤਾਂ ਐਡਿਟ ਕਰੋ। ਜੇ ਰਿਕਾਰਡ ਡੁਪਲੀਕੇਟ ਹੈ ਜਾਂ ਲੋਡ ਨਹੀਂ ਤਾਂ ਡਿਲੀਟ ਕਰ ਸਕਦੇ ਹੋ। ਐਡਿਟ ਆਲਰੇਡੀ ਸਿੰਕ ਡੇਟਾ। ਹੁਣ ਇੱਕ ਹੋਰ ਸਿਚੁਏਸ਼ਨ ਸਮਝਦੇ ਹਾਂ। ਜੇ ਰਿਕਾਰਡ ਪਹਿਲਾਂ ਹੀ ਸਰਵਰ ਨਾਲ ਸਿੰਕ ਹੋ ਚੁੱਕਾ ਹੈ ਪਰ ਹਾਇਰ ਸੈਂਸਸ ਅਥਾਰਟੀ ਕਰੈਕਸ਼ਨ ਮੰਗਦੀ ਹੈ ਤਾਂ ਨਾਰਮਲ ਐਡਿਟ ਆਪਸ਼ਨ ਕੰਮ ਨਹੀਂ ਕਰੇਗੀ। ਇਸ ਲਈ ਐਡਿਟ ਆਲਰੇਡੀ ਸਿੰਕ ਡਾਟਾ ਆਪਸ਼ਨ ਵਰਤੀ ਜਾਵੇਗੀ। ਇਸ ਫੀਚਰ ਰਾਹੀਂ ਸਿੰਕ ਰਿਕਾਰਡ ਵਿੱਚ ਕਰੈਕਸ਼ਨ ਕੀਤੀ ਜਾ ਸਕਦੀ ਹੈ।
ਇਹ ਕੰਟਰੋਲਡ ਐਡੀਟਿੰਗ ਸਿਸਟਮ ਹੈ ਤਾਂ ਜੋ ਡੇਟਾ ਇੰਟੈਗ੍ਰਿਟੀ ਬਣੀ ਰਹੇ। ਹੁਣ ਅਸੀਂ ਸਿੰਕਡ ਡੇਟਾ ਐਡੀਟਿੰਗ ਦੀ ਪ੍ਰੋਸੈਸ ਨੂੰ ਹੋਰ ਡਿਟੇਲ ਵਿੱਚ ਸਮਝਦੇ ਹਾਂ। ਜਦੋਂ ਕੋਈ ਰਿਕਾਰਡ ਪਹਿਲਾਂ ਹੀ ਸਰਵਰ ਨਾਲ ਸਿੰਕ ਹੋ ਚੁੱਕਦਾ ਹੈ, ਉਸ ਨੂੰ ਐਡਿਟ ਕਰਨ ਲਈ ਸਿਸਟਮ ਇੱਕ ਰੀਜ਼ਨ ਪੁੱਛਦਾ ਹੈ। ਐਨੂਮਰੇਟਰ ਨੂੰ ਔਨ ਦਾ ਰਿਕਮੈਂਡੇਸ਼ਨ ਆਫ ਵਾਲਾ ਆਪਸ਼ਨ ਸਿਲੈਕਟ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਸਿਸਟਮ ਇੱਕ ਬਲੈਂਕ ਫਾਰਮ ਖੋਲੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੁਰਾਣਾ ਰਿਕਾਰਡ ਡਾਇਰੈਕਟ ਐਡਿਟ ਨਹੀਂ ਹੁੰਦਾ। ਐਨੂਮਰੇਟਰ ਨੂੰ ਪੂਰਾ ਡੇਟਾ ਮੁੜ ਤੋਂ ਫਰੈਸ਼ ਐਂਟਰੀ ਵਜੋਂ ਭਰਨਾ ਪਵੇਗਾ। ਇਸ ਲਈ ਐਡਿਟ ਕਰਨ ਤੋਂ ਪਹਿਲਾਂ ਵਿਊ ਸਮਰੀ ਆਪਸ਼ਨ ਰਾਹੀਂ ਪੁਰਾਣੇ ਡਿਟੇਲਸ ਨੋਟ ਕਰ ਲਵੋ। ਇਸ ਨਾਲ ਰੀਐਂਟਰੀ ਦੌਰਾਨ ਮਿਸਟੇਕਸ ਤੋਂ ਬਚਿਆ ਜਾ ਸਕਦਾ ਹੈ। ਇਹ ਫੀਚਰ ਇਸ ਗੱਲ ਨੂੰ ਐਨਸ਼ੋਰ ਕਰਦਾ ਹੈ ਕਿ ਫੀਲਡ ਸਟਾਫ ਪਹਿਲੀ ਵਾਰ ਹੀ ਐਕੂਰੇਟ ਡੇਟਾ ਭਰਨ। ਐਡਿਟ ਆਫਟਰ ਸਿੰਕ SMS ਨੋਟੀਫਿਕੇਸ਼ਨ। ਜੇ ਸੁਪਰਵਾਈਜ਼ਰ ਨੂੰ ਕਿਸੇ ਰਿਕਾਰਡ ਵਿੱਚ ਗਲਤੀ ਮਿਲਦੀ ਹੈ ਤਾਂ ਉਹ ਰਿਮਾਰਕ ਭੇਜ ਸਕਦਾ ਹੈ। ਜਦੋਂ ਰਿਮਾਰਕ ਸਬਮਿਟ ਹੁੰਦਾ ਹੈ, ਇਨੂਮਰੇਟਰ ਨੂੰ ਇੱਕ SMS ਨੋਟੀਫਿਕੇਸ਼ਨ ਮਿਲਦੀ ਹੈ। ਇਸ SMS ਵਿੱਚ ਇਹ ਡਿਟੇਲਸ ਹੁੰਦੀਆਂ ਹਨ: HLB ਨੰਬਰ, ਲਾਈਨ ਨੰਬਰ, ਸੁਪਰਵਾਈਜ਼ਰ, ਰਿਮਾਰਕਸ। ਇਹ ਨੋਟੀਫਿਕੇਸ਼ਨ ਇਨੂਮਰੇਟਰ ਨੂੰ ਦੱਸਦੀ ਹੈ ਕਿ ਕਿਹੜੇ ਰਿਕਾਰਡ ਵਿੱਚ ਕਰੈਕਸ਼ਨ ਦੀ ਲੋੜ ਹੈ। ਫਿਰ ਇਨੂਮਰੇਟਰ ਐਡਿਟ ਆਫਟਰ ਸਿੰਕ ਆਪਸ਼ਨ ਰਾਹੀਂ ਕਰੈਕਸ਼ਨ ਕਰ ਸਕਦਾ ਹੈ। ਵਿਊ ਸਮਰੀ। ਇਹ ਆਪਸ਼ਨ ਫਿਲਡ ਰਿਕਾਰਡਸ ਦੀ ਸਮਰੀ ਵੇਖਣ ਲਈ ਵਰਤੀ ਜਾਂਦੀ ਹੈ। ਇਨੂਮਰੇਟਰ ਇੱਥੇ ਕੰਪਲੀਟਡ ਸੈਂਸਸ ਹਾਊਸਿਸ ਦੀ ਲਿਸਟ ਵੇਖ ਸਕਦਾ ਹੈ। ਜੇ ਕਿਸੇ ਰਿਕਾਰਡ ਦੀ ਫੁੱਲ ਡਿਟੇਲਸ ਵੇਖਣੀ ਹੋਵੇ ਤਾਂ ਆਈ ਆਈਕਨ 'ਤੇ ਕਲਿੱਕ ਕਰੋ। ਇਹ ਆਪਸ਼ਨ ਰਿਵਿਊ ਅਤੇ ਵੈਰੀਫਿਕੇਸ਼ਨ ਲਈ ਬਹੁਤ ਯੂਜ਼ਫੁਲ ਹੈ। ਖਾਸ ਕਰਕੇ ਸਿੰਕਡ ਰਿਕਾਰਡ ਐਡਿਟ ਕਰਨ ਤੋਂ ਪਹਿਲਾਂ ਇਹ ਫੀਚਰ ਬਹੁਤ ਮਦਦਗਾਰ ਹੈ। ਸਿੰਕਿੰਗ ਆਫ ਡੇਟਾ। ਹੁਣ ਆਉਂਦਾ ਹੈ ਸਭ ਤੋਂ ਮਹੱਤਵਪੂਰਨ ਸਟੈਪ, ਡੇਟਾ ਸਿੰਕ। ਇਨੂਮਰੇਟਰ ਕਿਸੇ ਵੀ ਸਮੇਂ ਡੇਟਾ ਸਿੰਕ ਕਰ ਸਕਦਾ ਹੈ। ਸਿੰਕ ਕਰਨ ਤੋਂ ਪਹਿਲਾਂ ਵੈਰੀਫਿਕੇਸ਼ਨ ਚੈੱਕਬਾਕਸ ਟਿਕ ਕਰਨੀ ਹੈ ਅਤੇ ਡਿਜੀਟਲ ਸਿਗਨੇਚਰ ਦੇਣੀ ਹੈ। ਇਸ ਤੋਂ ਬਾਅਦ ਸੇਵ ਐਂਡ ਸਿੰਕ ਬਟਨ ਕਲਿੱਕ ਕਰੋ। ਜੇ ਇੰਟਰਨੈਟ ਅਵੇਲੇਬਲ ਹੈ ਤਾਂ ਡੇਟਾ ਸਰਵਰ 'ਤੇ ਅਪਲੋਡ ਹੋ ਜਾਵੇਗਾ। ਇਸ ਪ੍ਰੋਸੈਸ ਵਿੱਚ ਕੰਪਲੀਟਡ ਰਿਕਾਰਡਸ, ਡਿਲੀਟਡ ਰਿਕਾਰਡਸ, ਲੌਕਡ ਰਿਕਾਰਡਸ ਸਭ ਸਿੰਕ ਹੋ ਜਾਂਦੇ ਹਨ। ਲੌਕਡ ਡੇਟਾ ਨੂੰ ਨਾਰਮਲ ਐਡਿਟ ਨਾਲ ਐਡਿਟ ਕੀਤਾ ਜਾ ਸਕਦਾ ਹੈ, ਪਰ ਕੰਪਲੀਟਡ ਸਿੰਕਡ ਡੇਟਾ ਲਈ ਐਡਿਟ ਆਫਟਰ ਸਿੰਕ ਵਰਤਣਾ ਪਵੇਗਾ। ਮਾਰਕ HLB ਐਸ ਕੰਪਲੀਟਡ। ਜਦੋਂ ਤੁਹਾਡਾ ਪੂਰਾ HLB ਕੰਮ ਕੰਪਲੀਟ ਹੋ ਜਾਵੇ ਤਾਂ ਇਹ ਸਟੈਪ ਕੀਤਾ ਜਾਂਦਾ ਹੈ। ਐਪ ਵੈਰੀਫਾਈ ਕਰਦੀ ਹੈ ਕੋਈ ਇਨਕੰਪਲੀਟ ਰਿਕਾਰਡ ਤਾਂ ਨਹੀਂ। ਐਂਟਰਡ ਸੈਂਸਸ ਹਾਊਸਿਸ ਐਕਸਪੈਕਟਡ ਕਾਊਂਟ ਨਾਲ ਮੈਚ ਕਰ ਰਹੇ ਹਨ ਜਾਂ ਨਹੀਂ। ਜੇ ਸਭ ਕੁਝ ਸਹੀ ਹੈ ਤਾਂ ਚੈੱਕਬਾਕਸ ਟਿਕ ਕਰੋ, ਫਿਰ ਸਿਗਨੇਚਰ ਦਿਓ। ਉਸ ਤੋਂ ਬਾਅਦ ਸਬਮਿਟ ਬਟਨ ਇਨੇਬਲ ਹੋਵੇਗਾ। ਸਬਮਿਟ ਕਰਦੇ ਹੀ HLB ਕੰਪਲੀਟਡ ਮਾਰਕ ਹੋ ਜਾਵੇਗਾ। ਜੇ ਕੋਈ ਅਨਸਿੰਕਡ ਡੇਟਾ ਬਾਕੀ ਹੋਵੇ ਤਾਂ ਐਰਰ ਮੈਸੇਜ ਆ ਜਾਵੇਗਾ। ਜੇ HLB ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਤਾਂ ਕਨਫਰਮੇਸ਼ਨ ਮੈਸੇਜ ਆਵੇਗਾ। ਜੇ ਇਨੂਮਰੇਟਰ ਦੁਬਾਰਾ ਕੰਪਲੀਟਡ HLB ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੇ ਤਾਂ ਸਿਸਟਮ ਵਾਰਨਿੰਗ ਦੇਵੇਗਾ। ਜੇ ਕੰਪਲੀਸ਼ਨ ਤੋਂ ਬਾਅਦ ਕੋਈ ਡੇਟਾ ਐਡਿਟ ਜਾਂ ਐਡ ਕੀਤਾ ਜਾਂਦਾ ਹੈ ਤਾਂ ਮੁੜ ਸਿੰਕ ਕਰਨਾ ਪਵੇਗਾ ਅਤੇ HLB ਨੂੰ ਦੁਬਾਰਾ ਕੰਪਲੀਟ ਮਾਰਕ ਕਰਨਾ ਪਵੇਗਾ। ਇਸ ਪ੍ਰੋਸੈਸ ਤੋਂ ਬਾਅਦ ਇਨੂਮਰੇਟਰ ਅਤੇ ਸੁਪਰਵਾਈਜ਼ਰ ਦੋਵੇਂ ਨੂੰ SMS ਨੋਟੀਫਿਕੇਸ਼ਨ ਵੀ ਭੇਜੀ ਜਾਂਦੀ ਹੈ। ਚੇਂਜਿੰਗ ਆਫ ਡਿਵਾਈਸ। ਹੁਣ ਇੱਕ ਬਹੁਤ ਇੰਪੋਰਟੈਂਟ ਇੰਸਟਰਕਸ਼ਨ, ਇਨੂਮਰੇਟਰਸ ਨੂੰ ਬਿਨਾਂ ਲੋਡ ਡਿਵਾਈਸ ਚੇਂਜ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਫੀਲਡ ਇਸ਼ੂਜ਼ ਹੋ ਸਕਦੇ ਹਨ। ਅਨਸਿੰਕ ਡੇਟਾ ਪਰਮਾਨੈਂਟਲੀ ਲੋਸਟ ਹੋ ਸਕਦਾ ਹੈ। ਜੇ ਡਿਵਾਈਸ ਚੇਂਜ ਕਰਨਾ ਬਹੁਤ ਜ਼ਰੂਰੀ ਹੋਵੇ ਤਾਂ ਪੁਰਾਣੀ ਡਿਵਾਈਸ ਆਟੋਮੈਟਿਕਲੀ ਡੀਰਜਿਸਟਰ ਹੋ ਜਾਵੇਗੀ ਅਤੇ ਉਸ ਵਿੱਚ ਪਿਆ ਅਨਸਿੰਕ ਡੇਟਾ ਰਿਕਵਰ ਨਹੀਂ ਕੀਤਾ ਜਾ ਸਕੇਗਾ। ਇਸ ਲਈ ਡਿਵਾਈਸ ਚੇਂਜ ਕਰਨ ਤੋਂ ਪਹਿਲਾਂ ਸਾਰਾ ਡੇਟਾ ਸਿੰਕ ਕਰਨਾ ਬਹੁਤ ਜ਼ਰੂਰੀ ਹੈ। ਕੰਟੀਨਿਊਡ। ਹੁਣ ਅਸੀਂ ਡਿਵਾਈਸ ਚੇਂਜ ਪ੍ਰੋਸੈਸ ਦੇ ਅਗਲੇ ਹਿੱਸੇ ਨੂੰ ਸਮਝਦੇ ਹਾਂ। ਜਦੋਂ ਤੁਸੀਂ ਨਵੇਂ ਡਿਵਾਈਸ 'ਤੇ ਲੌਗਇਨ ਕਰਨ ਦੀ ਕੋਸ਼ਿਸ਼ ਕਰੋਗੇ, ਸਿਸਟਮ ਇੱਕ ਵਾਰਨਿੰਗ ਡਾਇਲੌਗ ਬਾਕਸ ਸ਼ੋ ਕਰੇਗਾ। ਇਸ ਵਾਰਨਿੰਗ ਵਿੱਚ ਸਪਸ਼ਟ ਦੱਸਿਆ ਜਾਵੇਗਾ ਕਿ ਪੁਰਾਣੀ ਡਿਵਾਈਸ ਆਟੋਮੈਟਿਕਲੀ ਦੇ ਰਜਿਸਟਰ ਹੋ ਜਾਵੇਗੀ ਅਤੇ ਉਸ ਵਿੱਚ ਮੌਜੂਦ ਕੋਈ ਵੀ ਅਨਸਿੰਕ ਡੇਟਾ ਪਰਮਾਨੈਂਟਲੀ ਲੋਸਟ ਹੋ ਜਾਵੇਗਾ। ਇਸ ਲਈ ਸਿਸਟਮ ਤੁਹਾਡੇ ਤੋਂ ਕਨਫਰਮੇਸ਼ਨ ਮੰਗੇਗਾ। ਜੇ ਤੁਸੀਂ ਕਨਫਰਮ ਕਰਦੇ ਹੋ ਤਾਂ ਇੱਕ ਸਕਸੈਸ ਮੈਸੇਜ ਆਵੇਗਾ। ਇਹ ਮੈਸੇਜ ਕਨਫਰਮ ਕਰੇਗਾ ਕਿ ਪੁਰਾਣੀ ਡਿਵਾਈਸ ਰਿਮੂਵ ਹੋ ਗਈ ਹੈ ਅਤੇ ਨਵੀਂ ਡਿਵਾਈਸ ਸਕਸੈਸਫੁਲੀ ਰਜਿਸਟਰ ਹੋ ਗਈ ਹੈ। ਜਦੋਂ ਨਵੀਂ ਡਿਵਾਈਸ ਰਜਿਸਟਰ ਹੋ ਜਾਂਦੀ ਹੈ, ਪੁਰਾਣੀ ਡਿਵਾਈਸ ਕਿਸੇ ਵੀ ਹਾਲਤ ਵਿੱਚ ਦੁਬਾਰਾ ਵਰਤੀ ਨਹੀਂ ਜਾ ਸਕਦੀ। ਜੇ ਤੁਸੀਂ ਪੁਰਾਣੀ ਡਿਵਾਈਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸਿਸਟਮ ਐਰਰ ਮੈਸੇਜ ਦਿਖਾਵੇਗਾ। ਇਸ ਦੇ ਨਾਲ ਹੀ ਪੁਰਾਣੀ ਡਿਵਾਈਸ ਵਿੱਚ ਜੋ ਵੀ ਅਨਸਿੰਕ ਡਾਟਾ ਹੋਵੇਗਾ ਉਹ ਕਿਸੇ ਕੰਮ ਦਾ ਨਹੀਂ ਰਹੇਗਾ। ਉਹ ਫਿਊਚਰ ਵਿੱਚ ਸਿੰਕ ਵੀ ਨਹੀਂ ਕੀਤਾ ਜਾ ਸਕੇਗਾ। ਇਸ ਲਈ ਦੁਬਾਰਾ ਯਾਦ ਰੱਖੋ, ਡਿਵਾਈਸ ਚੇਂਜ ਤੋਂ ਪਹਿਲਾਂ ਡੇਟਾ ਸਿੰਕ ਕਰਨਾ ਬਹੁਤ ਜ਼ਰੂਰੀ ਹੈ। ਹੁਣ ਸੁਪਰਵਾਈਜ਼ਰ ਐਪ ਸੈਕਸ਼ਨ ਸ਼ੁਰੂ ਹੁੰਦਾ ਹੈ। ਰੋਲ ਆਫ ਸੁਪਰਵਾਈਜ਼ਰ ਇਨ ਡੇਟਾ ਵੈਰੀਫਿਕੇਸ਼ਨ।
ਹੁਣ ਤੱਕ ਅਸੀਂ ਇਨੂਮਰੇਟਰ ਐਪ ਦੀ ਪ੍ਰੋਸੈਸ ਸਮਝੀ। ਹੁਣ ਅਸੀਂ HLO ਸੁਪਰਵਾਈਜ਼ਰ ਐਪ ਬਾਰੇ ਜਾਣਾਂਗੇ। ਸੁਪਰਵਾਈਜ਼ਰ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ ਡੇਟਾ ਵੈਰੀਫਿਕੇਸ਼ਨ। ਸੁਪਰਵਾਈਜ਼ਰ ਇਹ ਯਕੀਨੀ ਬਣਾਉਂਦਾ ਹੈ ਕਿ ਇਨੂਮਰੇਟਰ ਵੱਲੋਂ ਕਲੈਕਟ ਕੀਤਾ ਗਿਆ ਡੇਟਾ ਐਕੂਰੇਟ ਹੋਵੇ, ਕੰਪਲੀਟ ਹੋਵੇ ਅਤੇ ਗਾਈਡਲਾਈਨਸ ਦੇ ਅਨੁਸਾਰ ਹੋਵੇ। ਜੇ ਕੋਈ ਮਿਸਟੇਕ ਮਿਲਦੀ ਹੈ ਤਾਂ ਸੁਪਰਵਾਈਜ਼ਰ ਕਰੈਕਸ਼ਨ ਰਿਮਾਰਕਸ ਦੇ ਸਕਦਾ ਹੈ। ਸੁਪਰਵਾਈਜ਼ਰ ਹੋਮ ਪੇਜ, ਜਦੋਂ ਸੁਪਰਵਾਈਜ਼ਰ ਲੌਗਇਨ ਕਰਦਾ ਹੈ ਤਾਂ ਹੋਮ ਪੇਜ 'ਤੇ ਉਸਦੇ ਅਸਾਈਨਡ ਇਨੂਮਰੇਟਰਸ ਦੀ ਲਿਸਟ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹਰ ਇਨੂਮਰੇਟਰ ਦੇ ਅਸਾਈਨਡ HLBs ਵੀ ਦਿਖਾਈ ਦਿੰਦੇ ਹਨ। ਜੇ ਸੁਪਰਵਾਈਜ਼ਰ ਕਿਸੇ HLB ਦੀ ਡਿਟੇਲ ਦੇਖਣਾ ਚਾਹੇ, ਉਹ ਗੈਟ HLB ਡਿਟੇਲਸ ਬਟਨ ਕਲਿੱਕ ਕਰ ਸਕਦਾ ਹੈ। ਜੇ ਲਿਸਟ ਲੋਡ ਨਾ ਹੋਵੇ ਤਾਂ ਇਹ ਨੈਟਵਰਕ ਇਸ਼ੂ ਹੋ ਸਕਦਾ ਹੈ। ਇਸ ਸਿਚੁਏਸ਼ਨ ਵਿੱਚ ਕੁਝ ਸਮੇਂ ਬਾਅਦ ਦੁਬਾਰਾ ਟਰਾਈ ਕਰੋ। ਨੈਵੀਗੇਸ਼ਨ ਡਰਾਵਰ ਸਰਵਿਸਿਜ਼, ਸੁਪਰਵਾਈਜ਼ਰ ਐਪ ਵਿੱਚ ਵੀ ਹੰਬਰਗਰ ਮੈਨੂ ਅਵੇਲੇਬਲ ਹੁੰਦਾ ਹੈ। ਇਸ ਮੈਨੂ ਵਿੱਚ ਇਹ ਆਪਸ਼ਨਸ ਹੁੰਦੀਆਂ ਹਨ: ਅਬਾਊਟ, ਐਪ ਬਾਰੇ ਜਾਣਕਾਰੀ, ਚੇਂਜ ਪਾਸਵਰਡ, ਪਾਸਵਰਡ ਅਪਡੇਟ ਕਰਨ ਲਈ, HLB ਮੈਪਸ ਡਾਊਨਲੋਡ ਕਰਨ ਲਈ। ਇਸ ਲਈ PDF ਵਿਊਅਰ ਇੰਸਟਾਲਡ ਹੋਣਾ ਚਾਹੀਦਾ ਹੈ। ਹੈਲਪ, ਸਪੋਰਟ ਲਈ। ਲੌਗਆਊਟ, ਐਪ ਤੋਂ ਸੇਫਲੀ ਲੌਗਆਊਟ ਕਰਨ ਲਈ। ਲੌਗਆਊਟ ਤੋਂ ਬਾਅਦ ਦੁਬਾਰਾ ਪਾਸਵਰਡ ਨਾਲ ਲੌਗਇਨ ਕਰਨਾ ਪਵੇਗਾ। ਫੋਰਗੋਟ ਪਾਸਵਰਡ, ਜੇ ਸੁਪਰਵਾਈਜ਼ਰ ਆਪਣਾ ਪਾਸਵਰਡ ਭੁੱਲ ਜਾਂਦਾ ਹੈ ਤਾਂ ਰਜਿਸਟ੍ਰੇਸ਼ਨ ਪੇਜ 'ਤੇ ਫੋਰਗੋਟ ਪਾਸਵਰਡ ਆਪਸ਼ਨ ਅਵੇਲੇਬਲ ਹੈ। ਇਸ 'ਤੇ ਕਲਿੱਕ ਕਰਕੇ ਯੂਜ਼ਰ ID ਐਂਟਰ ਕਰੋ, OTP ਵੈਰੀਫਾਈ ਕਰੋ, ਨਵਾਂ ਪਾਸਵਰਡ ਸੈੱਟ ਕਰੋ। ਜੇ ਡਿਟੇਲ ਸਹੀ ਹਨ, ਪਾਸਵਰਡ ਸਕਸੈਸਫੁਲੀ ਅਪਡੇਟ ਹੋ ਜਾਵੇਗਾ। ਚੇਂਜ ਪਾਸਵਰਡ, ਜੇ ਸੁਪਰਵਾਈਜ਼ਰ ਮੈਨੂਅਲੀ ਪਾਸਵਰਡ ਚੇਂਜ ਕਰਨਾ ਚਾਹੇ ਤਾਂ ਹੰਬਰਗਰ ਮੈਨੂ ਵਿੱਚ ਜਾ ਕੇ ਚੇਂਜ ਪਾਸਵਰਡ ਆਪਸ਼ਨ ਸਿਲੈਕਟ ਕਰ ਸਕਦਾ ਹੈ, ਪਰ ਇਹ ਸਿਰਫ ਰਜਿਸਟਰਡ ਡਿਵਾਈਸ ਤੋਂ ਹੀ ਪੋਸੀਬਲ ਹੈ। ਜੇ ਪਾਸਵਰਡ ਕੰਪਲੀਟਲੀ ਲੌਸਟ ਹੋ ਜਾਵੇ ਤਾਂ ਰੀਸੈਟ ਪ੍ਰੋਸੈਸ CMMS ਪੋਰਟਲ ਰਾਹੀਂ ਕਰਨੀ ਪਵੇਗੀ। ਲੋਕੇਸ਼ਨ ਪਾਰਟੀਕੂਲਰਸ, ਸੁਪਰਵਾਈਜ਼ਰ, ਹੁਣ ਸੁਪਰਵਾਈਜ਼ਰ ਇਨੂਮਰੇਟਰ ਦੀ ਸਬਮਿਟਡ ਐਂਟਰੀਜ਼ ਨੂੰ ਵੈਰੀਫਾਈ ਕਰਨ ਲਈ ਸਪੈਸੀਫਿਕ HLB ਸਿਲੈਕਟ ਕਰੇਗਾ। ਹੋਮ ਪੇਜ ਵਿੱਚ ਸੁਪਰਵਾਈਜ਼ਰ ਪਹਿਲਾਂ ਇਨੂਮਰੇਟਰ ਚੁਣੇਗਾ। ਇਸ ਤੋਂ ਬਾਅਦ ਉਸ ਇਨੂਮਰੇਟਰ ਨਾਲ ਸੰਬੰਧਿਤ ਸਾਰੇ HLB ਡਿਟੇਲ ਸਕਰੀਨ 'ਤੇ ਦਿਖਾਈ ਦੇਣਗੇ। ਜੇ ਸੁਪਰਵਾਈਜ਼ਰ ਹਾਊਸਹੋਲਡ ਲੈਵਲ ਡੇਟਾ ਚੈੱਕ ਕਰਨਾ ਚਾਹੁੰਦਾ ਹੈ ਤਾਂ ਉਹ ਕਲਿੱਕ ਟੂ ਚੈੱਕ ਦ ਰਿਕਾਰਡ ਆਪਸ਼ਨ 'ਤੇ ਕਲਿੱਕ ਕਰੇਗਾ। ਇਹ ਸਟੈਪ ਵੈਰੀਫਿਕੇਸ਼ਨ ਪ੍ਰੋਸੈਸ ਦੀ ਸ਼ੁਰੂਆਤ ਕਰਦਾ ਹੈ। ਵਿਊਇੰਗ ਦਾ ਡੇਟਾ, ਹੁਣ ਸੁਪਰਵਾਈਜ਼ਰ ਐਕਚੁਅਲ ਹਾਊਸਹੋਲਡ ਰਿਕਾਰਡਸ ਦੀ ਜਾਂਚ ਕਰੇਗਾ। ਡ੍ਰੌਪ ਡਾਊਨ ਲਿਸਟ ਵਿੱਚ ਉਹਨਾਂ ਸਾਰੀਆਂ ਲਾਈਨ ਨੰਬਰਸ ਦੀ ਲਿਸਟ ਦਿਖਾਈ ਦੇਵੇਗੀ ਜੋ ਇਨੂਮਰੇਟਰ ਵੱਲੋਂ ਸਿੰਕ ਕੀਤੀਆਂ ਗਈਆਂ ਹਨ ਪਰ ਹਾਲੇ ਵੈਰੀਫਾਈ ਨਹੀਂ ਹੋਈਆਂ। ਸੁਪਰਵਾਈਜ਼ਰ ਇੱਕ ਲਾਈਨ ਨੰਬਰ ਸਿਲੈਕਟ ਕਰੇਗਾ, ਫਿਰ ਫੈਚ ਬਟਨ 'ਤੇ ਕਲਿੱਕ ਕਰੇਗਾ। ਇਸ ਨਾਲ ਉਸ ਹਾਊਸਹੋਲਡ ਦਾ ਡੇਟਾ ਸਕਰੀਨ 'ਤੇ ਆ ਜਾਵੇਗਾ। ਵਿਊ ਆਲਰੇਡੀ ਫਿਲ ਡੇਟਾ ਆਪਸ਼ਨ ਰਾਹੀਂ ਫੁੱਲ ਫਾਰਮ ਵੀ ਦੇਖਿਆ ਜਾ ਸਕਦਾ ਹੈ। ਨਾਲ ਹੀ ਸੁਪਰਵਾਈਜ਼ਰ ਨੂੰ ਸਾਰੇ 34 ਕੁਐਸਚਨਸ ਦੇ ਆਨਸਰਸ ਵੀ ਨਜ਼ਰ ਆਉਣਗੇ। ਜੇ ਰਿਕਾਰਡ ਸਹੀ ਹੈ ਤਾਂ ਓਕੇ ਬਟਨ ਦਬਾਇਆ ਜਾਵੇਗਾ। ਗਿਵਿੰਗ ਰਿਮਾਰਕਸ, ਜੇ ਸੁਪਰਵਾਈਜ਼ਰ ਨੂੰ ਕਿਸੇ ਵੀ ਰਿਕਾਰਡ ਵਿੱਚ ਮਿਸਟੇਕ ਜਾਂ ਡਿਸਕ੍ਰਿਪੈਂਸੀ ਮਿਲਦੀ ਹੈ ਤਾਂ ਉਹ ਰਿਮਾਰਕਸ ਬਟਨ ਦੀ ਵਰਤੋਂ ਕਰੇਗਾ। ਇੱਥੇ ਇੱਕ ਡਾਇਲੌਗ ਬਾਕਸ ਓਪਨ ਹੋਵੇਗਾ। ਸੁਪਰਵਾਈਜ਼ਰ ਆਪਣੀ ਆਬਜ਼ਰਵੇਸ਼ਨ ਜਾਂ ਕਰੈਕਸ਼ਨ ਨੋਟ ਇੱਥੇ ਲਿਖੇਗਾ, ਫਿਰ ਸਬਮਿਟ ਬਟਨ ਦਬਾਏਗਾ। ਇਸ ਤੋਂ ਬਾਅਦ ਇਨੂਮਰੇਟਰ ਨੂੰ ਇੱਕ SMS ਮਿਲੇਗਾ ਜਿਸ ਵਿੱਚ ਹੋਵੇਗਾ HLB ਨੰਬਰ, ਲਾਈਨ ਨੰਬਰ, ਰਿਮਾਰਕਸ ਡਿਟੇਲਸ। ਇਨੂਮਰੇਟਰ ਫਿਰ ਐਡਿਟ ਆਫਟਰ ਸਿੰਕ ਆਪਸ਼ਨ ਰਾਹੀਂ ਕਰੈਕਸ਼ਨ ਕਰੇਗਾ। ਸੁਪਰਵਾਈਜ਼ਰ ਡੇਟਾ ਸਿੰਕ, ਜਿਵੇਂ ਇਨੂਮਰੇਟਰ ਡੇਟਾ ਸਿੰਕ ਕਰਦਾ ਹੈ ਉਸੇ ਤਰ੍ਹਾਂ ਸੁਪਰਵਾਈਜ਼ਰ ਵੀ ਵੈਰੀਫਿਕੇਸ਼ਨ ਤੋਂ ਬਾਅਦ ਡੇਟਾ ਸਿੰਕ ਕਰੇਗਾ। ਸਿੰਕ ਬਟਨ ਕਲਿੱਕ ਕਰਨ ਤੋਂ ਬਾਅਦ ਅਪਡੇਟਡ ਇਨਫੋਰਮੇਸ਼ਨ ਸਰਵਰ 'ਤੇ ਅਪਲੋਡ ਹੋ ਜਾਵੇਗੀ। ਜੇ ਕੋਈ ਨਵੀਆਂ ਲਾਈਨਸ ਅਵੇਲੇਬਲ ਨਹੀਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਰੇ ਰਿਕਾਰਡਸ ਪਹਿਲਾਂ ਹੀ ਵੈਰੀਫਾਈ ਹੋ ਚੁੱਕੇ ਹਨ। ਜਦੋਂ ਇਨੂਮਰੇਟਰ HLB ਕੰਪਲੀਟ ਮਾਰਕ ਕਰ ਦੇਵੇ ਅਤੇ ਸੁਪਰਵਾਈਜ਼ਰ ਸਾਰੀਆਂ ਲਾਈਨਸ ਵੈਰੀਫਾਈ ਕਰ ਲਵੇ ਤਾਂ ਸਿਸਟਮ ਆਲ ਰਿਕਾਰਡਸ ਕੰਪਲੀਟਡ ਸਿੰਕ ਨਾਓ ਆਪਸ਼ਨ ਇਨੇਬਲ ਕਰ ਦੇਵੇਗਾ। ਸੁਪਰਵਾਈਜ਼ਰ ਡਿਵਾਈਸ ਚੇਂਜ, ਹੁਣ ਸੁਪਰਵਾਈਜ਼ਰ ਲਈ ਵੀ ਉਹੀ ਰੂਲ ਲਾਗੂ ਹੁੰਦਾ ਜੋ ਇਨੂਮਰੇਟਰ ਲਈ ਸੀ। ਬਿਨਾਂ ਲੋਡ ਡਿਵਾਈਸ ਚੇਂਜ ਨਾ ਕਰੋ ਕਿਉਂਕਿ ਇਸ ਨਾਲ ਉਨਸਿੰਕ ਡੇਟਾ ਲੌਸਟ ਹੋ ਸਕਦਾ ਹੈ। ਜੇ ਬਹੁਤ ਜ਼ਰੂਰੀ ਹੋਵੇ ਤਾਂ ਡਿਵਾਈਸ ਚੇਂਜ ਕੀਤਾ ਜਾ ਸਕਦਾ ਹੈ, ਪਰ ਪਹਿਲਾਂ ਡੇਟਾ ਸਿੰਕ ਕਰਨਾ ਬਹੁਤ ਜ਼ਰੂਰੀ ਹੈ। ਨਵੇਂ ਡਿਵਾਈਸ 'ਤੇ ਲੌਗਇਨ ਕਰਨ ਸਮੇਂ ਵਾਰਨਿੰਗ ਮੈਸੇਜ ਆਵੇਗਾ। ਇਸ ਮੈਸੇਜ ਵਿੱਚ ਦੱਸਿਆ ਜਾਵੇਗਾ ਕਿ ਪੁਰਾਣੀ ਡਿਵਾਈਸ ਡੀ-ਰਜਿਸਟਰ ਹੋ ਜਾਵੇਗੀ ਅਤੇ ਅਨਸਿੰਕ ਡੇਟਾ ਪਰਮਾਨੈਂਟਲੀ ਡਿਲੀਟ ਹੋ ਸਕਦਾ ਹੈ। ਯੂਜ਼ਰ ਕਨਫਰਮੇਸ਼ਨ ਤੋਂ ਬਾਅਦ ਨਵੀਂ ਡਿਵਾਈਸ ਸਕਸੈਸਫੁਲੀ ਰਜਿਸਟਰ ਹੋ ਜਾਵੇਗੀ। ਅੰਤ ਵਿੱਚ ਤੁਹਾਡਾ ਇਸ ਕੰਪਲੀਟ ਟ੍ਰੇਨਿੰਗ ਸੈਸ਼ਨ ਨੂੰ ਦੇਖਣ ਲਈ ਬਹੁਤ ਧੰਨਵਾਦ। ਉਮੀਦ ਹੈ ਕਿ ਹੁਣ ਤੁਸੀਂ HLO ਮੋਬਾਈਲ ਐਪ ਦੀ ਇੰਸਟਾਲੇਸ਼ਨ, ਲੌਗਇਨ, ਡੇਟਾ ਕਲੈਕਸ਼ਨ, ਸਿੰਕਿੰਗ, ਵੈਰੀਫਿਕੇਸ਼ਨ ਅਤੇ ਸੁਪਰਵਿਜ਼ਨ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਕੰਪਿਊਟਰ ਸਾਇੰਸ ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਕੋਈ ਹੋਰ ਜਾਣਕਾਰੀ ਨਾਲ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।
ਸਤਿ ਸ੍ਰੀ ਅਕਾਲ।